दाती साहिब संधियां क्या चलै तिस नाल, एक जागन दे नाल हम एक ना सुत्तियां दे उठाल। इनू दाती नहीं पढ़ना, बिंदी लगा के पढ़ांगे दाती। मतलब बहुवचनी शब्द है दाती। साहिब संधियां, दाती का मतलब दाता, संधियां का मतलब दियां। क्या चल रहा तिस नाल का मतलब ਉਹਦੇ ਅੱਗੇ ਕਿਸੇ ਦੀ ਪੇਸ਼ ਨਹੀਂ ਜਾ ਸਕਦੀ। ਸਾਰੀਆਂ ਦਾਤਾਂ ਮਾਲਕ ਦੀਆਂ ਨੇ ਤੇ ਉਸ ਨਾਲ ਕਿਸੇ ਦੀ ਪੇਸ਼ ਨਹੀਂ ਜਾ ਸਕਦੀ। ਆਪਣੇ ਜ਼ੋਰ ਦੇ ਨਾਲ ਅਸੀਂ ਕੋਈ ਦਾਤ ਨਹੀਂ ਲੈ ਸਕਦੇ। ਦਾਤਾਂ ਸਾਹਿਬ ਦੀਆਂ ਨੇ ਤੇ ਉਹਦੇ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ, ਜ਼ੋਰ ਨਹੀਂ ਚੱਲਦਾ। ਹੁਣ ਇਹ ਚੀਜ਼ ਨਾ ਥੋੜੇ ਜਿਹੇ ਧਿਆਨ ਦੇ ਨਾਲ ਸਮਝਣ ਵਾਲੀ ਹੈ ਕਿ ਜਿੰਨੀਆਂ ਵੀ ਦਾਤਾਂ ਨੇ, ਚਾਹੇ ਉਹ ਧਰਤੀ ਹੈ, ਆਕਾਸ਼ ਹੈ, ਚੰਦਰਮਾ ਹੈ, ਫਿਰ ਧਰਤੀ ਵਿੱਚ ਪੈਦਾ ਹੋਣ ਵਾਲੇ ਪਦਾਰਥ ਨੇ, ਚਾਹੇ ਉਹ ਫਲ ਨੇ, ਫੁੱਲ ਨੇ, ਅਨਾਜ ਹੈ, ਜਾਂ ਸੋਨਾ ਚਾਂਦੀ ਹੈ, ਜਾਂ ਪੈਟਰੋਲੀਅਮ ਪਦਾਰਥ ਵਗੈਰਾ ਵਗੈਰਾ ਨੇ, ਇਹ ਜੋ ਕੁਝ ਵੀ ਹੈ ਦੁਨੀਆ ਦੇ ਅੰਦਰ, ਇਹਨੂੰ ਅਸੀਂ ਕਿਸੇ ਜ਼ੋਰ ਦੇ ਨਾਲ ਨਹੀਂ ਲੈ ਸਕਦੇ। ਜ਼ੋਰ ਦਾ ਮਤਲਬ ਕਿ ਹੁਕਮ ਤੋਂ ਉਲਟ ਚੱਲ ਕੇ ਕੁਝ ਨਹੀਂ ਲੈ ਸਕਦੇ। ਹੁਕਮ ਦੇ ਅੰਦਰ ਹੈ ਸਾਰਾ ਕੁਝ। ਲੈਣਾ ਚਾਹੀਏ ਤਾਂ ਨਹੀਂ ਲੈ ਪਾਵਾਂਗੇ। ਜਿਵੇਂ ਅਸੀਂ ਚੰਗੀ ਜ਼ਮੀਨ ਵਿੱਚ ਕਣਕ, ਤਾਂ ਕਣਕ ਸਾਨੂੰ ਮਿਲੇਗੀ, ਪਰ ਜੇ ਅਸੀਂ ਪਾਣੀ ਦੇ ਭਰੇ ਛੱਪੜ ਵਿੱਚ ਕਣਕ ਦਾ ਛੱਟਾ ਦੇ ਦੇਈਏ ਤੇ ਚਾਹੀਏ ਕਿ ਉਸ ਛੱਪੜ ਦੇ ਅੰਦਰ ਕਣਕ ਉਗ ਜਾਏ, ਤਾਂ ਉਹ ਨਹੀਂ ਉਗੇਗੀ, ਉਹ ਕਣਕ ਗਲ ਜਾਏਗੀ। ਇਹਨੂੰ ਕਹਿੰਦੇ ਨੇ ਜ਼ੋਰ ਦੇ ਨਾਲ ਕੋਈ ਦਾਤ ਨਹੀਂ ਚੱਲਦੀ, ਜ਼ੋਰ ਨਹੀਂ ਚੱਲਦਾ। ਯਾਨੀ ਸਿਸਟਮ ਤੋਂ ਉਲਟ ਅਸੀਂ ਇੱਥੇ ਕੁਝ ਨਹੀਂ ਕਰ ਸਕਦੇ। ਜੇ ਅਸੀਂ ਰਾਤ ਨੂੰ 12 ਵਜੇ ਕਿਸੇ ਸੂਰਜ ਚੜਾ ਲਈਏ ਤਾਂ ਨਹੀਂ ਚੜਾ ਪਾਵਾਂਗੇ, ਕਿਉਂਕਿ ਸਾਰਾ ਕੁਝ ਸਿਸਟਮ ਦੇ ਅੰਦਰ ਹੈ। ਇਸੇ ਨੂੰ ਕਹਿੰਦੇ ਨੇ ਕਿ ਦਾਤਾਂ ਸਾਹਿਬ ਦੀਆਂ ਨੇ, ਹੁਕਮ ਵਿੱਚ ਨੇ, ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਭਾਵ ਕਿ ਹੁਕਮ ਤੋਂ ਬਾਹਰ, ਸਿਸਟਮ ਤੋਂ ਬਾਹਰ ਜਾ ਕੇ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇੱਕ ਜਾਗਣ ਦੇ ਨਾਲ ਹਨ ਸੁੱਤਿਆਂ ਦੇ ਉਠ। ਹੁਣ ਕਈ ਜਿਹੜੇ ਲੋਕ ਨੇ, ਇੱਕ ਦਾ ਮਤਲਬ ਜਾਗਦੇ ਹੋਏ ਵੀ ਦਾਤਾਂ ਨਹੀਂ ਲੈ ਸਕਦੇ। ਜਾਗਦੇ ਦਾ ਕੋਲ ਗਿਆਨ ਹੈ, ਗਿਆਨ ਤੇ ਹੈ, ਪਰ ਉਸ ਪਹਿਲੀ ਗਿਆਨੀ ਜੀ, ਗਿਆਨੀ ਜੀ, ਤੇ ਐਵੇਂ ਦੀ ਹੈ ਫਸਲ ਪੈਦਾ ਹੋਏਗੀ। ਲੇਕਿਨ ਨਹੀਂ, ਗਿਆਨ ਹੈ। ਹਾਂਜੀ ਗਿਆਨੀ ਜੀ, ਮੈਨੂੰ ਲੱਗਦਾ ਉਹ ਆ ਰਹੇ ਆ ਵਾਪਸ। ਡਿਸਟਰਬੈਂਸ ਹੋ ਰਹੀ ਹੈ ਉੱਥੇ। ਅੱਗੇ ਵੀ ਠੀਕ ਹੈ, ਪਰ ਸੌਰੀ ਸਾਰਿਆਂ ਨੂੰ। ਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਉਹ ਨੇ ਜਿਹੜੇ ਜਾਗ ਰਹੇ ਨੇ, ਲੇਕਿਨ ਜਾਗਦੇ ਹੋਏ ਵੀ ਉਹ ਦਾਤਾਂ ਪ੍ਰਾਪਤ ਨਹੀਂ ਕਰ ਪਾ ਰਹੇ। ਹੁਣ ਦਾਤਾਂ ਪ੍ਰਾਪਤ ਨਹੀਂ ਕਰ ਪਾ ਰਹੇ ਤਾਂ ਇਹਦਾ ਮਤਲਬ ਜਾਗਦੇ ਨੇ ਔਰ ਪਾ ਨਹੀਂ ਰਹੇ। ਮਤਲਬ ਗਿਆਨ ਤਾਂ ਹੈ, ਪਰ ਉਸ ਗਿਆਨ ਨੂੰ ਯੂਜ਼ ਨਹੀਂ ਕਰ ਰਹੇ, ਤਾਂ ਉਹ ਜਾਗਦੇ ਹੋਏ ਵੀ ਨਹੀਂ ਲੈ ਸਕਣਗੇ। ਜਿਵੇਂ ਮੈਂ ਮਿਸਾਲ ਦੇ ਰਿਹਾ ਸਾਂ, ਇੱਕ ਕਿਸਾਨ ਵੀਰ ਨੂੰ ਪਤਾ ਹੈ ਕਿ ਪੈਲੀ ਵਾਹ ਕੇ, ਕਣਕ ਬੀਜ ਕੇ, ਪਾਣੀ ਖਾਦ ਪਾ ਕੇ ਫਸਲ ਹੋਏਗੀ। ਗਿਆਨ ਹੈ, ਸਾਧਨ ਹੈ ਨੇ, ਲੇਕਿਨ ਉਸ ਗਿਆਨ ਨੂੰ ਵਰਤਦਾ ਨਹੀਂ, ਕਣਕ ਬੀਜਦਾ ਨਹੀਂ, ਤਾਂ ਉਹ ਦਾਤ ਨਹੀਂ ਲੈ ਸਕੇਗਾ, ਕਣਕ ਨਹੀਂ ਲੈ ਸਕੇਗਾ। ਗਿਆਨ ਬੇਸ਼ੱਕ ਹੈ, ਪਰ ਉਹ ਲੈ ਨਹੀਂ ਪਾ ਰਿਹਾ ਕਿਉਂਕਿ ਉਸ ਗਿਆਨ ਨੂੰ ਵਰਤ ਨਹੀਂ ਰਿਹਾ। ਦੂਜਾ ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਉਹ ਨੇ ਜਿਨ੍ਹਾਂ ਨੂੰ ਸੁੱਤਿਆਂ ਹੋਇਆਂ ਨੂੰ ਉਠਾ ਕੇ ਦੇ ਦਿੰਦਾ ਹੈ। ਯਾਨੀ ਕਿਸੇ ਦੇ ਕੋਲ, ਦੂਜੇ ਕਿਸਾਨ ਕੋਲ ਖੇਤ ਹੈ, ਪਰ ਉਹਨੂੰ ਇਹ ਨਹੀਂ ਗਿਆਨ ਕਿ ਇਹਦੇ ਵਿੱਚ ਫਸਲ ਹੋ ਸਕਦੀ ਹੈ, ਤੇ ਕਿਸੇ ਨੇ ਉਹਨੂੰ ਦੱਸਿਆ ਵੀ ਜੇ ਤੂੰ ਐਵੇਂ ਕਰੇ ਤੇਰੀ ਫਸਲ ਹੋ ਸਕਦੀ ਹੈ। ਉਹਨੇ ਫਸਲ ਬੀਜਣੀ ਸ਼ੁਰੂ ਕਰ ਦਿੱਤੀ ਤੇ ਉਹਨੇ ਫਸਲ ਪ੍ਰਾਪਤ ਕਰ ਲਈ। ਸੁੱਤੇ ਹੋਏ ਨੂੰ ਜਗਾ ਕੇ ਵੀ ਉਹਨੂੰ ਦਾਤ ਜਿਹੜੀ ਹੈ ਮਿਲ ਗਈ। ਹੁਣ ਇਹ ਇੱਕ ਮਿਸਾਲ ਸੀ। ਇਸੇ ਤਰ੍ਹਾਂ ਅਸੀਂ ਜ਼ਿੰਦਗੀ ਜੀ ਰਹੇ ਹਾਂ, ਤੇ ਜ਼ਿੰਦਗੀ ਜੀਂਦਿਆਂ ਹੋਇਆਂ ਸਾਨੂੰ ਇਸ ਗੱਲ ਦਾ ਗਿਆਨ ਤੇ ਹੈ ਕਿ ਸੱਚ ਬੋਲਣਾ ਚਾਹੀਦਾ ਹੈ,
ਪਿਆਰ ਨਾਲ ਰਹਿਣਾ ਚਾਹੀਦਾ ਹੈ, ਧੋਖਾਧੜੀ ਨਹੀਂ ਕਰਨੀ ਚਾਹੀਦੀ, ਦਸਾਂ ਨਵਾਂ ਦੀ ਕਿਰਤ ਕਰਨੀ ਚਾਹੀਦੀ। ਇਹ ਗਿਆਨ ਤੇ ਹੈ, ਪਰ ਅਸੀਂ ਇਹਨੂੰ ਇੰਪਲੀਮੈਂਟ ਨਹੀਂ ਕਰ ਰਹੇ, ਤਾਂ ਜਿਹੜਾ ਇਹਨਾਂ ਗੁਣਾਂ ਤੋਂ ਸਾਨੂੰ ਸੁੱਖ ਮਿਲਣਾ ਸੀ ਉਹ ਅਸੀਂ ਨਹੀਂ ਲੈ ਪਾਵਾਂਗੇ। ਦੂਜਾ ਬੰਦਾ ਹੈ ਜਿਹੜਾ ਸੁੱਤਾ ਹੋਇਆ ਹੈ, ਅਗਿਆਨੀ ਹੈ, ਜਿਹਨੂੰ ਇਸ ਬਾਰੇ ਨੌਲੇਜ ਨਹੀਂ। ਜੇ ਕਿਤੇ ਉਹ ਕਿਸੇ ਚੰਗੇ ਬੰਦੇ ਕੋਲ ਬਹਿ ਜਾਏ, ਸੰਗਤ ਵਿੱਚ ਚਲਾ ਜਾਏ, ਬਾਣੀ ਪੜ੍ਹ ਲਵੇ ਤੇ ਉਹਦੇ ਕੰਨਾਂ ਵਿੱਚ ਇਹ ਆਵਾਜ਼ ਪਵੇ ਕਿ ਸੱਚ ਬੋਲਣ ਨਾਲ, ਪ੍ਰੇਮ ਨਾਲ ਰਹਿਣ ਦੇ ਨਾਲ, ਬਾਣੀ ਅਨੁਸਾਰ ਜ਼ਿੰਦਗੀ ਜੀਵਿਆਂ ਜੀਵਨ ਸਫਲ ਹੋ ਜਾਂਦਾ ਹੈ, ਤੇ ਉਹ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰ ਲੈ ਤਾਂ ਉਹਨੂੰ ਸੁੱਖ ਸ਼ਾਂਤੀ ਮਿਲ ਜਾਏਗੀ। ਤਾਂ ਇੱਥੇ ਅਸੀਂ ਇਸ ਚੀਜ਼ ਨੂੰ ਸਮਝਣਾ ਹੈ ਕਿ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਕਿ ਦਾਤਾਂ ਸਾਰੀਆਂ ਮਾਲਕ ਦੀਆਂ ਨੇ, ਉਹਦੇ ਅੱਗੇ ਜ਼ੋਰ ਨਹੀਂ ਚੱਲਦਾ, ਯਾਨੀ ਹੁਕਮ ਤੋਂ ਉਲਟ ਤੁਸੀਂ ਕੁਝ ਨਹੀਂ ਲੈ ਸਕਦੇ ਸਿਸਟਮ ਤੋਂ ਬਾਹਰ। ਸਿਸਟਮ ਦੇ ਅੰਦਰ ਇੱਕ ਉਹ ਨੇ ਜਿਨ੍ਹਾਂ ਨੂੰ ਨੌਲੇਜ ਹੈ, ਗਿਆਨ ਹੈ, ਪਰ ਉਹ ਇੰਪਲੀਮੈਂਟ ਨਹੀਂ ਕਰਦੇ ਤਾਂ ਉਹ ਵੀ ਵਾਂਝੇ ਰਹਿ ਜਾਂਦੇ ਨੇ। ਲੇਕਿਨ ਜਿਨ੍ਹਾਂ ਨੂੰ ਗਿਆਨ ਨਹੀਂ, ਜੇ ਉਹ ਗਿਆਨ ਪ੍ਰਾਪਤ ਕਰਕੇ ਉਹਨੂੰ ਇੰਪਲੀਮੈਂਟ ਕਰ ਲੈਂਦੇ ਨੇ ਤਾਂ ਉਹਨਾਂ ਸੁੱਤਿਆਂ ਹੋਇਆਂ ਨੂੰ ਵੀ ਇਹ ਦਾਤਾਂ ਮਿਲ ਜਾਂਦੀਆਂ ਨੇ। ਤਾਂ ਕਹਿਣ ਤੋਂ ਭਾਵ ਹਰ ਚੀਜ਼ ਰੱਬੀ ਹੁਕਮ ਸਿਸਟਮ ਦੇ ਅੰਦਰ ਹੈ, ਜੋ ਸਿਸਟਮ ਮੁਤਾਬਕ ਜ਼ਿੰਦਗੀ ਜੀਵੇਗਾ ਉਹਨੂੰ ਦਾਤ ਮਿਲ ਜਾਏਗੀ, ਦੂਜਾ ਬੰਦਾ ਵਾਂਝਾ ਰਹਿ ਜਾਏਗਾ, ਜ਼ੋਰ ਦੇ ਨਾਲ ਕੋਈ ਸ਼ੈ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਅਗਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਹੈ। ਸਿਦਕ ਸਬੂਰੀ ਸਾਧਕਾਂ, ਇੱਥੇ ਸਾਧਕਾਂ ਨਹੀਂ ਪੜਨਾ, ਬਿੰਦੀ ਲਗਾ ਕੇ ਸਾਧਕਾਂ, ਦੱਦੇ ਨਾਲ ਥੋੜੀ ਜਿਹੀ ਸਿਹਾਰੀ ਦੀ ਆਵਾਜ਼ ਵੀ ਆਏਗੀ। ਸਿਦਕ ਸਬੂਰੀ ਸਾਧਕਾਂ, ਸਬਰ ਤੋਸਾ ਮਲਾਇਕਾਂ, ਦੀਦਾਰ ਪੂਰੇ ਪਾਇਸਾ, ਥਾਉ ਨਾਹੀ ਖਾਏਕਾਂ। ਸਿਦਕ, ਸਿਦਕ ਦਾ ਮਤਲਬ ਤੁਸੀਂ ਸਮਝ ਹੀ ਰਹੇ ਹੋ, ਤੇ ਸਾਧਕ ਦਾ ਮਤਲਬ ਹੁੰਦਾ ਹੈ ਸਿਦਕ ਵਾਲਾ। ਸਾਧਕ ਦਾ ਮਤਲਬ, ਜੇ ਕਿਸੇ ਨੇ ਲਿਖਣਾ ਭੈਣ ਵੀਰ ਨੇ ਲਿਖ ਲਓ, ਸਾਧਕ ਦਾ ਮਤਲਬ ਸਿਦਕ ਵਾਲਾ, ਤੇ ਸਬੂਰੀ ਦਾ ਮਤਲਬ ਹੈ ਸ਼ੁਕਰ, ਤੋਸਾ ਦਾ ਮਤਲਬ ਰਾਹ ਦਾ ਖਰਚ। ਜਿਵੇਂ ਅਸੀਂ ਜਾਣਾ ਹੈ ਰਾਸਤੇ ਵਿੱਚ ਤੇ ਕੁਝ ਪੈਸੇ ਨਾਲ ਲੈ ਕੇ ਜਾਈਦੇ ਨੇ, ਜਾਂ ਨਾਲ ਖਾਣ ਪੀਣ ਵਾਸਤੇ ਕੁਝ ਪਦਾਰਥ ਖਰਚੀ ਬਣ ਲਈਦੀ ਹੈ। ਤੇ ਮਲਾਇਕਾਂ ਦਾ ਮਤਲਬ ਹੈ ਫਰਿਸ਼ਤੇ, ਦੇਵਤੇ। ਤਾਂ ਗੁਰੂ ਜੀ ਕਹਿੰਦੇ ਨੇ ਸਿਦਕੀਆਂ ਦੇ ਕੋਲ ਭਰੋਸੇ ਔਰ ਸ਼ੁਕਰ ਦੀ ਜਿਹੜੀ ਹੈ ਨਾ ਰਾਸ ਪੂੰਜੀ ਹੈ। ਸਬਰ ਤੋਸਾ ਮਲਾਇਕਾਂ, ਔਰ ਜਿਹੜੇ ਗੁਰਮੁਖ ਨੇ, ਦੇਵ ਪੁਰਸ਼ ਨੇ, ਚੰਗੇ ਜਿਹੜੇ ਪੁਰਸ਼ ਨੇ, ਉਹਨਾਂ ਦੇ ਕੋਲ ਸੰਤੋਖ ਦੀ ਰਾਸ ਪੂੰਜੀ ਹੈ। ਯਾਨੀ ਜਿਹੜੇ ਗੁਰਮੁਖ ਨੇ ਉਹ ਦੇਵਤਿਆਂ ਵਰਗੇ ਇਨਸਾਨ ਨੇ, ਚੰਗੇ ਇਨਸਾਨ ਨੇ, ਉਹਨਾਂ ਦੇ ਕੋਲ ਸਿਦਕ ਹੈ, ਔਰ ਸਬੂਰੀ ਦਾ ਮਤਲਬ ਸ਼ੁਕਰ ਹੈ। ਇੱਕ ਤਾਂ ਦਸਾਂ ਨਵਾਂ ਦੀ ਕਿਰਤ ਕਰਕੇ ਜੋ ਕੁਝ ਮਿਲ ਰਿਹਾ ਹੈ ਉਹਦੇ ਵਿੱਚ ਉਹ ਸਿਦਕ ਕਰ ਰਹੇ ਨੇ, ਉਹਨਾਂ ਦੇ ਅੰਦਰ ਸਿਦਕ ਹੈ। ਤੇ ਦੂਜਾ ਉਹਨਾਂ ਦੇ ਅੰਦਰ ਸ਼ੁਕਰ ਹੈ, ਧੰਨਵਾਦ ਹੈ। ਯਾਦ ਰੱਖਣਾ, ਜਿਸ ਬੰਦੇ ਦੇ ਅੰਦਰ ਸ਼ੁਕਰ ਹੈ ਨਾ, ਉਹ ਬੰਦਾ ਕਦੇ ਪਰੇਸ਼ਾਨ ਨਹੀਂ ਹੁੰਦਾ। ਤੇ ਜਿਨ੍ਹਾਂ ਦੇ ਅੰਦਰ ਸ਼ੁਕਰ ਨਹੀਂ, ਜੋ ਧੰਨਵਾਦ ਨਹੀਂ ਕਰਦੇ, ਸ਼ੁਕਰੀਆ ਨਹੀਂ ਕਰਦੇ, ਉਹਨਾਂ ਦੇ ਜੀਵਨ ਦੇ ਅੰਦਰ ਥੋੜੀ ਪ੍ਰੋਬਲਮ ਆਏਗੀ। ਮਿਸਾਲ ਵਜੋਂ, ਮੈਂ ਇਹ ਕੱਪੜੇ ਪਾਏ ਨੇ ਤੇ ਮੈਨੂੰ ਤੁਹਾਡੇ ਕੱਪੜੇ ਚੰਗੇ ਲੱਗ ਰਹੇ ਨੇ ਕਿਉਂਕਿ ਤੁਹਾਡੇ ਕੀਮਤੀ ਨੇ, ਮੇਰੇ ਕੱਪੜੇ ਸਸਤੇ ਨੇ। ਤੇ ਮੈਂ ਹੁਣ ਅੰਦਰੇ ਅੰਦਰ ਇਹ ਸੋਚ ਰਿਹਾ ਵੀ ਕਾਸ਼ ਯਾਰ ਮੇਰੇ ਕੋਲ ਵੀ ਪੈਸਾ ਹੁੰਦਾ, ਮੈਂ ਵੀ ਇਹੋ ਜਿਹੇ ਚੰਗੇ ਕੱਪੜੇ ਕੀਮਤੀ ਪਾ ਸਕਦਾ, ਮੇਰੇ ਕੱਪੜੇ ਸਸਤੇ ਨੇ ਜਾਂ ਮਾੜੇ ਨੇ। ਤਾਂ ਇਹਦਾ ਮਤਲਬ ਇਹ ਹੈਗਾ ਕਿ ਇਹਨਾਂ ਕੱਪੜਿਆਂ ਤੋਂ ਮੈਂ ਖੁਸ਼ ਨਹੀਂ ਹਾਂ, ਤੇ ਤੁਹਾਡਿਆਂ ਨੂੰ ਵੇਖ ਕੇ ਮੈਂ ਪ੍ਰਾਪਤ ਕਰਨਾ ਚਾਹ ਰਿਹਾ, ਉਹੋ ਜਿਹੇ ਲੈਣ ਦੀ ਹਾਲੇ ਮੇਰੇ ਕੋਲ ਗੁੰਜਾਇਸ਼ ਨਹੀਂ। ਤਾਂ ਮੇਰੇ ਅੰਦਰ ਇੱਕ ਤਾਂ ਜਲਨ ਪੈਦਾ ਹੋਏਗੀ, ਤੇ ਦੂਜਾ ਜੋ ਮੈਂ ਪਾਏ ਹੋਏ ਨੇ ਇਹਨਾਂ ਤੋਂ ਮੈਨੂੰ ਖੁਸ਼ੀ ਨਹੀਂ ਮਿਲੇਗੀ। ਤੇ ਜੇ ਮੈਂ ਸ਼ੁਕਰ ਕਰਾਂ, ਜੇ ਮੈਂ ਸ਼ੁਕਰਾਨਾ ਕਰਾਂ ਕੱਪੜੇ ਪਾਉਣ ਲੱਗਾ ਕਿ ਹੇ ਪ੍ਰਭੂ ਤੇਰਾ ਸ਼ੁਕਰ ਹੈ ਕਿ ਤੂੰ ਮੈਨੂੰ ਤਨ ਢੱਕਣ ਲਈ, ਗਰਮੀ ਸਰਦੀ ਤੋਂ ਬਚਣ ਲਈ ਕੱਪੜੇ ਦਿੱਤੇ ਨੇ। ਨਹੀਂ ਤਾਂ ਇਸ ਦੁਨੀਆ ਵਿੱਚ ਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਤਨ ਢੱਕਣ ਲਈ ਵੀ ਕੱਪੜੇ ਨਹੀਂ। ਤਾਂ ਇਹ ਸ਼ੁਕਰ ਕੀਤਿਆਂ ਕੀ ਹੋਏਗਾ ਕਿ ਜੋ ਕੁਝ ਮੇਰੇ ਕੋਲ ਹੈ ਉਹਦੇ ਤੋਂ ਮੈਨੂੰ ਸੰਤੁਸ਼ਟੀ ਮਿਲੇਗੀ, ਖੁਸ਼ੀ ਮਿਲੇਗੀ। ਇਸ ਲਈ ਗੁਰੂ ਜੀ ਕਹਿੰਦੇ ਨੇ ਜਿਹੜੇ ਸਾਧਕ ਨੇ, ਸਿਦਕ ਵਾਲੇ ਨੇ, ਉਹਨਾਂ ਦੇ ਕੋਲ ਸ਼ੁਕਰ ਹੈ ਔਰ ਭਰੋਸਾ ਹੈ, ਵਿਸ਼ਵਾਸ ਹੈ। ਇਸ ਲਈ ਆਪਣੇ ਆਪ ਤੇ ਵਿਸ਼ਵਾਸ ਪੈਦਾ ਕਰਨਾ ਹੈ, ਪ੍ਰਭੂ ਤੇ ਵਿਸ਼ਵਾਸ, ਗੁਰੂ ਤੇ ਵਿਸ਼ਵਾਸ, ਗੁਰੂ ਦੀ ਪਾਵਨ ਬਾਣੀ ਦੇ ਉੱਤੇ ਵਿਸ਼ਵਾਸ, ਔਰ ਆਪਣੇ ਆਪ ਦੇ ਉੱਤੇ ਵਿਸ਼ਵਾਸ ਕਿ ਮੈਂ ਵੀ ਇਹ ਕੁਝ ਕਰ ਸਕਦਾ ਹਾਂ,
ਮੈਂ ਇਹ ਕੁਛ ਪਾ ਸਕਦਾ ਹਾਂ। ਇਸ ਦੁਨੀਆ ਵਿੱਚ ਕੁਝ ਵੀ ਇੰਪੋਸੀਬਲ ਨਹੀਂ ਹੈ। ਜਿਵੇਂ ਆਪਾਂ ਪਹਿਲਾਂ ਕਈ ਵਾਰ ਵਿਚਾਰ ਕੀਤੀ ਹੈ, ਨਾ ਹੀ ਦੇਖ ਨਾ ਭਾਜੀਐ ਪਰਮ ਸਿਆਣਪ ਇਹ, ਤਾਂ ਇਥੋਂ ਸਾਨੂੰ ਵਿਲ ਪਾਵਰ ਮਿਲੇਗੀ। ਗੁਰਮੁਖ ਜਿਹੜੇ ਇਨਸਾਨ ਨੇ ਉਹਨਾਂ ਕੋਲ ਭਰੋਸਾ ਵੀ ਹੈ, ਉਹਨਾਂ ਕੋਲ ਸ਼ੁਕਰ ਵੀ ਹੈ, ਔਰ ਉਹਨਾਂ ਕੋਲ ਸਬਰ ਸੰਤੋਖ ਦੀ ਰਾਸ ਪੂੰਜੀ ਹੈ। ਮਲਾਇਕਾਂ ਦਾ ਮਤਲਬ ਜੋ ਫਰਿਸ਼ਤੇ ਨੇ। ਦੀਦਾਰ ਪੂਰੇ ਪਾਇਸਾ, ਇਸ ਕਰਕੇ ਪੂਰੇ ਪ੍ਰਭੂ ਦਾ ਉਹ ਦੀਦਾਰ ਕਰ ਲੈਂਦੇ ਨੇ। ਉਹਨਾਂ ਨੂੰ ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ। ਕਿੰਨਾਂ ਨੂੰ? ਭਰੋਸੇ ਵਾਲੇ, ਜਿਹੜੇ ਸਿਦਕ ਵਾਲੇ ਨੇ, ਜਿਨ੍ਹਾਂ ਦੇ ਕੋਲ ਭਰੋਸਾ ਹੈ, ਵਿਸ਼ਵਾਸ ਹੈ ਸੱਚ ਉੱਤੇ, ਗੁਰੂ ਦੀ ਪਾਵਨ ਬਾਣੀ ਤੇ, ਗੁਰੂ ਦੇ ਦਿੱਤੇ ਵੇ ਆਫ ਲਾਈਫ ਤੇ, ਜਿਨ੍ਹਾਂ ਦੇ ਅੰਦਰ ਸ਼ੁਕਰ ਹੈ ਔਰ ਜਿਨ੍ਹਾਂ ਦੇ ਅੰਦਰ ਸੰਤੋਖ ਹੈ। ਦੀਦਾਰ ਪੂਰੇ ਪਾਇਸਾ, ਉਹ ਪ੍ਰਭੂ ਦਾ ਦੀਦਾਰ ਕਰ ਲੈਂਦੇ ਨੇ। ਹੁਣ ਦੇਖੋ, ਰੱਬ ਦੇ ਦਰਸ਼ਨ ਜਿਹਨੂੰ ਅਸੀਂ ਕਹਿੰਦੇ ਆ, ਉਹਦੇ ਵਾਸਤੇ ਜੋ ਗੁਰੂ ਦੀ ਸਾਧਨ ਦੱਸ ਰਹੇ ਨੇ, ਉਹ ਤਾਂ ਸਾਨੂੰ ਹੋਰ ਸਾਧਨ ਦੱਸਦੇ ਨੇ ਕਿ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ, ਤੇ ਅਸੀਂ ਸਾਧਨ ਹੋਰ ਅਪਣਾ ਰਹੇ ਹਾਂ। ਸਾਨੂੰ ਆਮ ਜਿਹੜਾ ਬੰਦਾ ਹੈ ਉਹ ਦੱਸਦਾ ਸਮਾਧੀ ਲਾਓ, 10ਵੇਂ ਦਵਾਰ ਵਿੱਚ ਪ੍ਰਾਣ ਚੜਾਓ, ਮਾਲਾ ਫੇਰੋ ਜਾਂ ਹੋਰ ਕੁਝ ਕਰੋ। ਦੇਖੋ, ਇੱਥੇ ਉਹਨਾਂ ਕਰਮਾਂ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ, ਇੱਥੇ ਗੁਣਾਂ ਦੀ ਗੱਲ ਕੀਤੀ ਜਾ ਰਹੀ ਹੈ। ਇੱਕ ਤਾਂ ਵਿਸ਼ਵਾਸ ਸੱਚ ਦੇ ਉੱਤੇ, ਰੱਬੀ ਗੁਣਾਂ ਤੇ, ਰੱਬੀ ਰਜਾ ਵਿੱਚ। ਦੂਜਾ ਸ਼ੁਕਰ, ਜੋ ਕੁਝ ਮਿਲ ਰਿਹਾ ਹੈ ਉਹਦੇ ਤੇ ਸੰਤੁਸ਼ਟੀ। ਔਰ ਤੀਜਾ ਸਬਰ। ਉਹ ਲੋਕ ਦੀਦਾਰ ਪੂਰੇ ਪਾਇਸਾ, ਉਹ ਪੂਰੇ ਦਾ ਦੀਦਾਰ ਪਾ ਲੈਂਦੇ ਨੇ। ਯਾਨੀ ਇਹਨਾਂ ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਥਾਉ ਨਾ ਹੀ ਖਾਏਕਾਂ, ਖਾਇਕ ਕਹਿੰਦੇ ਨੇ ਵੱਧ ਚੜ ਕੇ ਗੱਲਾਂ ਮਾਰਨ ਵਾਲੇ, ਗਪੌੜ ਸੰਖ ਜਿਹਨੂੰ ਕਹਿ ਦਿੰਦੇ ਨੇ, ਗੱਪਾਂ ਮਾਰਨ ਵਾਲੇ, ਕਿ ਫਲਾਂ ਬੰਦਾ ਤਾਂ ਗੱਪੀ ਹੈ। ਖਾਇਕ ਦਾ ਮਤਲਬ ਨਿਰੀਆਂ ਗੱਲਾਂ ਕਰਨ ਵਾਲੇ ਜਿਹੜੇ ਨੇ, ਗੱਪਾਂ ਮਾਰਨ ਵਾਲੇ ਨੇ। ਨਿਰੀਆਂ ਗੱਲਾਂ ਕਰਨ ਵਾਲਿਆਂ ਨੂੰ ਥਾਂ ਨਹੀਂ ਮਿਲਦੀ। ਥਾਉ ਨਾ ਹੀ ਖਾਇਕਾਂ, ਜਿਹੜੇ ਗੱਲਾਂ ਕਰਨ ਵਾਲੇ ਨੇ ਨਿਰੇ, ਉਹਨਾਂ ਨੂੰ ਰੱਬੀ ਚਰਨਾਂ ਵਿੱਚ ਥਾਂ ਨਹੀਂ ਮਿਲਦੀ। ਉਹ ਸੱਚ ਦੇ ਨਾਲ ਨਹੀਂ ਜੁੜ ਪਾਉਂਦੇ। ਉਹ ਲੋਕ ਜਿਹੜੇ ਇਹ ਸੁੱਖ ਮਿਲਣਾ ਸੀ ਉਹਨੂੰ ਨਹੀਂ ਇਹ ਲੱਭ ਪਾਉਂਦੇ। ਉਹ ਸਾਰਿਆਂ ਦੇ ਵਿੱਚ ਰੱਬ ਨੂੰ ਨਹੀਂ ਵੇਖ ਪਾਉਂਦੇ। ਕੌਣ? ਜਿਹੜੇ ਨਿਰੀਆਂ ਗੱਪਾਂ ਛੱਡ ਰਹੇ ਨੇ। ਜਿਵੇਂ ਆਮ ਅਸੀਂ ਕਹਿੰਦੇ ਨਾ ਵੀ ਧੜੀ ਧੜੀ ਦੀਆਂ ਛੱਡਦੇ ਨੇ, ਤੇ ਉਹਨਾਂ ਨੂੰ ਦੀਦਾਰ ਨਹੀਂ ਹੈ। ਗੱਲੀ ਜੋਗ ਨਾ ਹੋਈ, ਜਾਂ ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਤਾਂ ਨਿਰੀਆਂ ਗੱਲਾਂ ਕਰਨ ਦੇ ਨਾਲ ਕੁਝ ਮਿਲਣ ਵਾਲਾ ਨਹੀਂ ਹੈ। ਇਸ ਲਈ ਅਮਲ ਕਰਨ ਦੀ ਲੋੜ ਹੈ। ਕੁਝ ਲੋਕ ਐਸੇ ਨੇ ਜਿਹੜੇ ਅਮਲ ਕਰਦੇ ਨੇ, ਤੇ ਕੁਝ ਲੋਕਾਂ ਦੇ ਕੋਲ ਗਿਆਨ ਬਹੁਤ ਹੈ। ਜਿਹੜੇ ਮਰਜ਼ੀ ਸਬਜੈਕਟ ਦੇ ਉੱਤੇ ਤੁਸੀਂ ਕਹੋ ਉਹ ਬੋਲ ਸਕਦੇ ਨੇ, ਚੰਗਾ ਵਧੀਆ ਲੈਕਚਰ ਦੇ ਸਕਦੇ ਨੇ, ਪਰ ਜ਼ਿੰਦਗੀ ਦੇ ਅੰਦਰ ਜਿਹੜਾ ਹੈ ਵਿਵਹਾਰ ਦੇ ਵਿੱਚ ਕੁਝ ਵੀ ਨਹੀਂ। ਤਾਂ ਅਸਲ ਗੱਲ ਹੈ ਵਿਹਾਰ ਦੀ। ਇਸ ਲਈ ਗੁਰੂ ਜੀ ਕਹਿੰਦੇ ਨੇ ਐਸੇ ਲੋਕ ਪ੍ਰਭੂ ਦਾ ਦੀਦਾਰ ਕਰ ਲੈਂਦੇ ਨੇ, ਤੇ ਜਿਹੜੇ ਗੱਪਾਂ ਮਾਰਨ ਵਾਲੇ ਨੇ ਉਹਨਾਂ ਨੂੰ ਪ੍ਰਭੂ ਚਰਨਾਂ ਵਿੱਚ ਥਾਂ ਨਹੀਂ ਮਿਲਦੀ। ਸਭ ਆਪੇ ਤੁਧ ਉਪਾਏ ਕਹਿ, ਆਪ ਕਾਰੇ ਲਾਈ। ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ हे ਪ੍ਰਭੂ, ਆਪ ਹੀ ਸਾਰੀ ਸ੍ਰਿਸ਼ਟੀ ਰਚ ਕੇ ਕਾਰੇ ਲਾਈ ਦਾ ਮਤਲਬ ਆਪ ਹੀ ਤੂੰ ਕਾਰ ਦੇ ਅੰਦਰ ਲਾਈ ਹੋਈ ਹੈ। ਯਾਨੀ ਹੁਕਮ ਦੇ ਅੰਦਰ ਹੀ ਸ੍ਰਿਸ਼ਟੀ ਪੈਦਾ ਹੋਈ ਹੈ ਤੇ ਹੁਕਮ ਦੇ ਅੰਦਰ ਹੀ ਕਾਰਜ ਕਰ ਰਹੀ ਹੈ। ਚਾਹੇ ਉਹ ਧਰਤੀ ਸੂਰਜ 'ਚ ਫੇਰੇ ਘੁੰਮ ਰਹੀ ਹੈ, ਚਾਹੇ ਹਵਾ ਹੈ, ਪੌਣ ਹੈ, ਪਾਣੀ ਹੈ, ਬੈਸੰਤਰ ਹੈ, ਵਨਸਪਤੀ ਹੈ, ਮਨੁੱਖ ਮਾਤਰ ਨੇ, ਜੀਵ ਜੰਤ ਨੇ, ਇਹ ਸਾਰੀ ਕਾਰ ਦੇ ਅੰਦਰ ਲੱਗੀ ਹੋਈ ਹੈ। ਭਾਵ ਕਿ ਸਿਸਟਮ ਦੇ ਅੰਦਰ ਇਹ ਚੱਲੀ ਜਾ ਰਹੀ ਹੈ ਸਾਰੀ। ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ। हे ਪ੍ਰਭੂ, ਤੂੰ ਆਪਣੀ ਵਡਿਆਈ, ਆਪਣੀ ਬਜ਼ੁਰਗੀ ਵੇਖ ਕੇ, ਵਿਗਸਤਾ ਦਾ ਮਤਲਬ ਖੁਸ਼ ਹੁੰਦਾ ਹੈ, ਤੂੰ ਖੁਸ਼ ਹੋ ਰਿਹਾ ਹੈ। ਆਪਣੀ ਵਡਿਆਈ ਨੂੰ ਆਪ ਹੀ ਵੇਖ ਰਿਹਾ, ਕਿਉਂਕਿ ਆਪ ਹੀ ਸਮਾਇਆ ਹੋਇਆ ਹੈ ਤੇ ਆਪ ਹੀ ਖੁਸ਼ ਹੋ ਰਿਹਾ ਹੈ। ਯਾਨੀ ਇਹਦਾ ਮਤਲਬ ਇਹ ਹੈ ਕਿ ਇਹ ਸ੍ਰਿਸ਼ਟੀ ਦੇ ਅੰਦਰ ਸਿਰਫ ਵਿਗਾਸਤਾ ਹੈ, ਇਹ ਸ੍ਰਿਸ਼ਟੀ ਦੇ ਅੰਦਰ ਖੁਸ਼ੀ ਹੈ। ਜੇ ਅਸੀਂ ਇਸ ਸ੍ਰਿਸ਼ਟੀ ਨੂੰ ਵੇਖਣਾ ਸਿੱਖ ਜਾਈਏ, ਜੇ ਅਸੀਂ ਇਹਦੇ ਹੁਕਮ ਦੇ ਅੰਦਰ ਰਹਿਣਾ ਸਿੱਖ ਜਾਈਏ, ਤਾਂ ਇਸ ਜ਼ਿੰਦਗੀ ਦੇ ਅੰਦਰ ਖੁਸ਼ੀ ਹੈ। ਰੱਬ ਕੀ ਹੈ? ਵਿਗਾਸਤਾ, ਪ੍ਰਸੰਨਤਾ। ਤੇ ਜੇ ਅਸੀਂ ਹੁਕਮ ਦੇ ਨਾਲ ਜੁੜ ਜਾਈਏ ਤਾਂ ਹਕੀਕਤ ਹੈ ਦੁਨੀਆ ਵਿੱਚ ਤਾਂ ਖੁਸ਼ੀ ਹੈ। ਪ੍ਰਭੂ ਨੇ ਕੋਈ ਐਸੀ ਚੀਜ਼ ਮਾੜੀ ਪੈਦਾ ਨਹੀਂ ਕੀਤੀ, ਦੁਖਦਾਈ ਪੈਦਾ ਨਹੀਂ ਕੀਤੀ ਕਿ ਜਿਸ ਤੋਂ ਸਾਨੂੰ ਦੁੱਖ ਹੋਵੇ। ਸਭ ਕੁਝ ਚੰਗਾ ਪੈਦਾ ਕੀਤਾ ਹੈ। ਲੇਕਿਨ ਅਸੀਂ ਇਹਨੂੰ ਯੂਜ਼ ਕਿਵੇਂ ਕਰਾਂਗੇ, ਸਾਡੀ ਖੁਸ਼ੀ ਔਰ ਗਮੀ ਇਸ ਚੀਜ਼ ਦੇ ਉੱਤੇ ਨਿਰਭਰ ਕਰੇਗੀ। ਜਿਵੇਂ ਅਸੀਂ ਰੋਜ਼ ਆਪਸ ਵਿੱਚ ਵਿਚਾਰ ਕਰਦੇ ਹਾਂ
ਕਿ ਘਰ ਪਰਿਵਾਰ ਵਿੱਚ ਜਾਂ ਸੰਸਾਰ ਵਿੱਚ ਜਾਂ ਸਮਾਜ ਦੇ ਅੰਦਰ ਸਾਡਾ ਮਿਲਵਰਤਨ ਕੈਸਾ ਹੈ, ਬੋਲ ਬਾਣੀ ਕੈਸੀ ਹੈ, ਇਹਦੇ ਤੇ ਸੁੱਖ ਔਰ ਦੁੱਖ ਡਿਪੈਂਡ ਕਰੇਗਾ। ਇਸ ਸੰਸਾਰ ਨੂੰ ਕਿਸ ਨਜ਼ਰ ਨਾਲ ਅਸੀਂ ਵੇਖਦੇ ਹਾਂ, ਇਹਨੂੰ ਅਸੀਂ ਕਿਵੇਂ ਯੂਜ਼ ਕਰਦੇ ਹਾਂ, ਧਰਤੀ ਨੂੰ, ਪੌਣ ਨੂੰ, ਪਾਣੀ ਨੂੰ, ਅੱਗ ਨੂੰ, ਹਵਾ ਨੂੰ, ਜੋ ਵੀ ਚੀਜ਼ਾਂ ਨੇ ਅਸੀਂ ਯੂਜ਼ ਕਿਵੇਂ ਕਰਾਂਗੇ। ਲੇਕਿਨ ਇਹਦੇ ਅੰਦਰ ਹੈ ਖੁਸ਼ੀ ਹੈ, ਕਿਉਂਕਿ ਆਪ ਪ੍ਰਭੂ ਵਿਕਸਿਤ ਹੈ, ਵਿਗਾਸਤਾ ਵਿੱਚ ਹੈ, ਤੇ ਮੇਰੇ ਅੰਦਰ ਉਹ ਆਪ ਵਸ ਰਿਹਾ ਹੈ। ਤੇ ਜੇ ਮੈਂ ਆਪਣੇ ਆਪੇ ਦੇ ਨਾਲ ਜੁੜਾਂ ਤਾਂ ਮੇਰਾ ਆਪਣਾ ਆਪਾ ਇੱਕ ਖੁਸ਼ੀ ਦਾ ਮੁਜੱਸਮਾ ਹੈ। ਜ਼ਰੂਰਤ ਹੈ ਇਹਨਾਂ ਚੀਜ਼ਾਂ ਨੂੰ ਸਮਝ ਕੇ ਅਮਲ ਕਰਨ ਦੀ। ਹਰ ਤੁਧੋਂ ਬਾਹਰ ਕਿਛ ਨਾਹੀਂ, ਤੂੰ ਸੱਚਾ ਸਾਈਂ। ਇਹਨੂੰ ਸਾਈ ਨਹੀਂ ਪੜਨਾ। ਜੇ ਸਾਈ ਪੜਾਂਗੇ ਤੇ ਮੀਨਿੰਗ ਹੋ ਜਾਏਗਾ ਸਾਈ ਦਾ ਮਤਲਬ ਉਹ, ਇੱਥੇ ਪੜਨਾ ਹੈ ਸਾਈਂ। ਸਾਈਂ ਦਾ ਮਤਲਬ ਮਾਲਕ। ਹਰ ਤੁਧੋਂ ਬਾਹਰ ਕਿਛ ਨਾਹੀਂ, ਤੂੰ ਸੱਚਾ ਸਾਈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਤੇ ਤੇਰੇ ਤੋਂ ਬਾਹਰ, ਤੇਰੇ ਤੋਂ ਪਰੇ ਕੁਝ ਵੀ ਨਹੀਂ ਹੈ। ਹੁਣ ਰੱਬੀ ਰਜ਼ਾ ਤੋਂ ਬਾਹਰ ਕੁਝ ਵੀ ਨਹੀਂ। ਬੰਦੇ ਦੀ ਕੀ ਪਾਇਆ ਕਿ ਅਸੀਂ ਕੁਝ ਕਰ ਸਕਦੇ ਹਾਂ ਰੱਬੀ ਰਜ਼ਾ ਤੋਂ ਬਾਹਰ? ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕੁਝ ਕਰ ਹੀ ਨਹੀਂ ਸਕਦੇ। ਇਹਦਾ ਮੀਨਿੰਗ ਇਹ ਨਹੀਂ ਹੈ। ਇਹਦਾ ਮੀਨਿੰਗ ਇਹ ਹੈ ਕਿ ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ, ਤੇਰੇ ਸਿਸਟਮ ਤੋਂ ਬਾਹਰ ਕੁਝ ਨਹੀਂ ਹੈ। ਹੁਣ ਅਸੀਂ ਜੀ ਰਹੇ ਹਾਂ ਸਵਾਸ ਲੈ ਕੇ, ਤੇ ਜੇ ਅਸੀਂ ਕਹੀਏ ਕਿ ਬਿਨਾਂ ਸਵਾਸ ਤੋਂ ਅਸੀਂ ਜੀਵੀਏ ਤਾਂ ਨਹੀਂ ਜੀ ਪਾਵਾਂਗੇ ਨਾ। ਕਹਿਣ ਦਾ ਮਤਲਬ ਕਿ ਰੱਬੀ ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਤੂੰ ਸਦਾ ਹੈ, ਸਦਾ ਸਥਿਰ ਰਹਿਣ ਵਾਲਾ ਹੈ, ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ। ਵਰਤਦਾ ਮਤਲਬ ਵਿਆਪ ਰਿਹਾ ਹੈ। ਸਭਨੀ ਹੀ ਥਾਈ ਦਾ ਮਤਲਬ ਸਭ ਥਾਵਾਂ ਤੇ, ਸਾਰਿਆਂ ਥਾਵਾਂ ਤੇ ਤੂੰ ਆਪ ਹੀ ਵਿਆਪ ਰਿਹਾ ਹੈ। ਵਿਆਪ ਰਿਹਾ ਹੈ ਦਾ ਮਤਲਬ ਰਮਿਆ ਹੋਇਆ ਹੈ। ਕੋਈ ਵੀ ਐਸਾ ਥਾਂ ਨਹੀਂ ਜਿੱਥੇ ਤੂੰ ਆਪ ਨਾ ਹੋਵੇਂ। ਦੇਖੋ, ਜੇ ਅਸੀਂ ਗੁਰਬਾਣੀ ਨੂੰ ਸਮਝਿਆ ਹੁੰਦਾ ਨਾ, ਤਾਂ ਜਿਹੜੀ ਸਾਡੀ ਰੱਬ ਵਾਲੀ, ਪਾਣ ਵਾਲੀ, ਰੱਬ ਦੀ ਭਗਤੀ ਬੰਦਗੀ ਵਾਲੀ, ਰੱਬ ਦੇ ਦਰਸ਼ਨਾਂ ਵਾਲੀ ਸਮੱਸਿਆ ਜਿਹੜੀ ਹੈ, ਇਹ ਸਵਾਲ ਸਾਡੇ ਖਤਮ ਹੋ ਜਾਣੇ ਸੀ। ਲੇਕਿਨ ਮਨੁੱਖਤਾ ਦੇ ਇਹ ਸਵਾਲ ਖਤਮ ਹੋਏ ਨਹੀਂ। ਰੱਬ ਦੇ ਦਰਸ਼ਨਾਂ ਬਾਰੇ, ਪਾਣ ਬਾਰੇ ਬਹੁਤ ਕੁਝ ਹਾਲੇ ਵੀ ਚੱਲਦਾ ਹੈ, ਚੱਲਦਾ ਰਹੇਗਾ। ਜ਼ਰੂਰਤ ਤਾਂ ਗੁਰੂ ਪਾਤਸ਼ਾਹ ਜੀ ਦੇ ਵਿਚਾਰਾਂ ਨੂੰ ਪੜ੍ਹ ਕੇ ਸਮਝਣ ਦੀ ਹੈ। ਹੁਣ ਦੇਖੋ ਕਿੰਨੇ ਸਾਫ਼ ਲਫ਼ਜ਼ਾਂ ਵਿੱਚ ਗੁਰੂ ਜੀ ਕਹਿ ਰਹੇ ਨੇ, ਕਿੰਨੇ ਸੌਖੇ ਸ਼ਬਦਾਂ ਵਿੱਚ। ਇਹਦਾ ਮੀਨਿੰਗ ਹੁਣ ਸਾਰਿਆਂ ਨੂੰ ਹੀ ਪਤਾ ਲੱਗ ਰਿਹਾ ਹੈ, ਅਰਥ ਕਰਨ ਦੀ ਲੋੜ ਨਹੀਂ ਹੈ। ਤੂੰ ਆਪੇ ਆਪ ਵਰਤਦਾ, ਕਿ ਤੂੰ ਆਪ ਹੀ ਸਭ ਥਾਵਾਂ ਤੇ ਵਿਆਪ ਰਿਹਾ ਹੈ, ਵਰਤ ਰਿਹਾ ਹੈ। ਸਭਨੀ ਹੀ ਥਾਈਂ ਦਾ ਮਤਲਬ ਸਭ ਥਾਵਾਂ ਤੇ। ਤਾਂ ਕੋਈ ਐਸਾ ਥਾਂ ਨਹੀਂ ਜਿੱਥੇ ਰੱਬ ਨਹੀਂ ਹੈ। ਤੂੰ ਆਪ ਹੀ ਵਿਆਪ ਰਿਹਾ। ਚਫੇਰੇ ਤਾਂ ਸਫੇਰੇ ਚਫੇਰੇ ਵਿਆਪ ਰਿਹਾ ਹੈ, ਤਾਂ ਜ਼ਰੂਰਤ ਤਾਂ ਉਹਦੇ ਨਾਲ ਵਰਤਨ ਦੀ ਨਾ ਸਾਡੀ, ਕਿ ਅਸੀਂ ਕਿਵੇਂ ਵਰਤਾਂਗੇ, ਕਿ ਇੱਕ ਦੂਜੇ ਨਾਲ ਅਸੀਂ ਰੱਬ ਵਰਗਾ ਵਿਹਾਰ ਕਰਾਂਗੇ ਜਾਂ ਨਹੀਂ ਕਰਾਂਗੇ, ਸਾਡੇ ਤੇ ਡਿਪੈਂਡ ਕਰੇਗਾ, ਸਾਡੀ ਸੋਚ ਤੇ ਡਿਪੈਂਡ ਕਰੇਗਾ। ਇਸ ਲਈ ਆਪਣੀ ਸੋਚ ਨੂੰ ਡਿਵੈਲਪ ਕਰਨ ਦੀ ਜ਼ਰੂਰਤ ਹੈ। ਸੀਮਤ ਸੋਚ ਨੂੰ ਵਿਸਥਾਰ ਦੇ ਅੰਦਰ ਲੈ ਜਾਣ ਦੀ ਲੋੜ ਹੈ, ਮਹਾਨ ਕਰਨ ਦੀ ਲੋੜ ਹੈ, ਅਸੀਮਤਾ ਦੇ ਵਿੱਚ ਮਿਲਾਣ ਦੀ ਜ਼ਰੂਰਤ ਹੈ। ਔਰ ਆਪਣੀ ਈਗੋ, ਹੰਕਾਰ ਨੂੰ ਛੱਡ ਕੇ ਹਰ ਵੀਰ ਭੈਣ ਦੇ ਨਾਲ ਰੱਬ ਵਰਗਾ ਵਿਹਾਰ ਕਰਨ ਦੀ ਜ਼ਰੂਰਤ ਹੈ। ਔਰ ਖੁਦ ਵੀ ਉਹ ਜੇ ਬਣਨ ਦੀ ਲੋੜ ਹੈ, ਅੰਦਰ ਗੁਣਾਂ ਨੂੰ ਧਾਰਨ ਦੀ ਜ਼ਰੂਰਤ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਹਰ ਤਿਸੈ ਧਿਆਵਹੁ ਸੰਤ ਜਨਹੁ ਜੋ ਲੈ ਛਡਾਈ। ਸੰਤ ਜਨੋਂ ਦਾ ਮਤਲਬ ਰੱਬ ਦੇ ਪਿਆਰਿਓ, ਜੋ ਰੱਬ ਨੂੰ ਪਾਣਾ ਚਾਹੁੰਦੇ ਨੇ, ਜਿਨ੍ਹਾਂ ਦੇ ਅੰਦਰ ਇਹ ਚਾਹਤ ਹੈ। ਧਿਆਵੋ ਦਾ ਮਤਲਬ ਧਿਆਨ ਧਰੋ। ਧਿਆਨ ਧਰੋ ਦਾ ਮਤਲਬ ਇਹ ਨਹੀਂ ਕਿ ਮੈਡੀਟੇਸ਼ਨ ਕਰੋ, ਸਮਾਧੀ ਲਾ ਕੇ ਬੈਠੋ। ਧਿਆਨ ਦਾ ਮਤਲਬ ਆਪਣੇ ਧਿਆਨ ਵਿੱਚ ਰੱਖੋ ਇਸ ਗੱਲ ਨੂੰ। ਕਿਹੜੀ ਗੱਲ ਨੂੰ? ਹਰ ਤਿਸੈ ਦਾ ਮਤਲਬ ਉਸ ਨੂੰ, ਉਸ ਕਿਹੜੇ ਨੂੰ ਜੋ ਪਹਿਲੀ ਪੰਕਤੀ ਵਿੱਚ ਦੱਸਿਆ ਹੈ, ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ। ਜਿਹੜਾ ਸਭ ਥਾਵਾਂ ਤੇ ਵਰਤ ਰਿਹਾ ਹੈ, ਵਿਆਪ ਰਿਹਾ ਹੈ, ਉਹਨੂੰ ਧਿਆਨ ਵਿੱਚ ਰੱਖੋ। ਇਹ ਗੱਲ ਤੁਹਾਡੇ ਧਿਆਨ ਵਿੱਚ ਹੋਵੇ, ਇਹ ਕਦੇ ਵੀ ਨਾ ਭੁੱਲੇ ਕਿ ਰੱਬ ਸਭ ਥਾਵਾਂ ਤੇ ਵਰਤ ਰਿਹਾ ਹੈ। ਜੇ ਬੰਦਾ ਇਸ ਚੀਜ਼ ਨੂੰ ਅਮਲ ਵਿੱਚ ਲੈ ਆਵੇ ਤਾਂ ਇਹਦੇ ਸਾਰੇ ਮਾੜੇ ਕਰਮ ਛੁੱਟ ਜਾਣ। ਦੇਖੋ, ਅਸੀਂ ਗੁਰਦੁਆਰਾ ਸਾਹਿਬ, ਮੰਦਿਰ, ਮਸਜਿਦ, ਜਿੱਥੇ ਵੀ ਕੋਈ ਆਪਣੇ ਆਪਣੇ ਧਰਮ ਦੇ ਵਿਸ਼ਵਾਸ ਮੁਤਾਬਕ ਜਾਂਦਾ ਹੈ, ਤਾਂ ਆਪਣੇ ਧਰਮ ਸਥਾਨ ਦੇ ਅੰਦਰ ਉਹ ਮਾੜਾ ਕਰਮ ਕਰਨ ਦਾ ਯਤਨ ਨਹੀਂ ਕਰਦਾ। ਹਰ ਬੰਦਾ ਸ਼ਰਧਾ ਨਾਲ, ਪਿਆਰ ਨਾਲ, ਵਿਸ਼ਵਾਸ ਨਾਲ ਜਾਂਦਾ ਹੈ। ਨਸ਼ਾ ਵਰਤ ਕੇ ਨਹੀਂ ਜਾਂਦਾ। ਚਾਹੁੰਦਾ ਹੈ ਕਿ ਮੈਂ ਇੱਥੇ ਕੁਝ ਗਲਤ ਨਾ ਕਰਾਂ, ਕਿਉਂਕਿ ਰੱਬ ਦਾ ਘਰ ਹੈ। ਰੱਬ ਦੇ ਘਰ ਵਿੱਚ ਗਲਤ ਕੁਝ ਨਹੀਂ ਕੀਤਾ ਜਾ ਸਕਦਾ।
ਤੇ ਜੇ ਬੰਦਾ ਇਸ ਚੀਜ਼ ਨੂੰ ਧਿਆਨ ਵਿੱਚ ਰੱਖੇ ਕਿ ਸਾਰਾ ਜਗਤ ਹੀ ਰੱਬ ਦਾ ਘਰ ਹੈ, ਇਹ ਜਗ ਸੱਚੇ ਕੀ ਹੈ ਕੋਠੜੀ, ਤਾਂ ਫਿਰ ਕਿਤੇ ਵੀ ਗਲਤ ਕੰਮ ਨਹੀਂ ਕਰੇਗਾ, ਕਿਤੇ ਵੀ ਗਲਤ ਨਹੀਂ ਨਾ ਕਰੇਗਾ। ਜ਼ਰੂਰਤ ਤਾਂ ਇਸ ਚੀਜ਼ ਨੂੰ ਸਮਝਣ ਦੀ ਹੈ, ਹਰ ਤਿਸੇ ਧਿਆਵੋ ਸੰਤ ਜਨੋ ਕਿ ਰੱਬ ਦੇ ਪਿਆਰਿਓ, ਉਸ ਨੂੰ ਧਿਆਵੋ, ਯਾਦ ਰੱਖੋ, ਜੋ ਲੈ ਛਡਾਈ, ਜੋ ਤੁਹਾਨੂੰ ਛਡਾ ਲਵੇਗਾ, ਛਡਾ ਲੈਂਦਾ ਹੈ। ਤੇ ਛਡਾਉਂਦਾ ਕਿਵੇਂ ਹੈ? ਦੇਖੋ ਇਹ ਚੀਜ਼ ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ। ਮਰਨ ਤੋਂ ਬਾਅਦ ਨਹੀਂ ਛਡਾਉਂਦਾ ਕਿ ਨਰਕਾਂ ਤੋਂ ਬਚਾ ਲੇਗਾ, ਜਾਂ ਮਰਨ ਤੋਂ ਬਾਅਦ ਤੁਹਾਨੂੰ ਸਵਰਗ ਦੇ ਦੇਵੇਗਾ, ਜਾਂ ਜਿਹੜੀਆਂ ਹੂਰਾਂ ਦੀ ਗੱਲ ਕਰ ਰਹੇ ਸੀ ਕਿ ਉਹ ਮਿਲ ਜਾਣਗੀਆਂ, ਮਰਨ ਤੋਂ ਬਾਅਦ ਦੀ ਗੱਲ ਨਹੀਂ, ਐਸੇ ਦੁਨੀਆ ਵਿੱਚ, ਐਸੇ ਜੀਵਨ ਵਿੱਚ ਛਡਾ ਲਏਗਾ। ਹੁਣ ਸਾਨੂੰ ਫੜਿਆ ਕਿੰਨੇ ਹੋਇਆ ਹੈ? ਈਰਖਾ ਨੇ, ਸਾਡੇ ਅੰਦਰ ਜੈਲਸੀ ਦੇ ਭਾਂਬੜ ਮਚ ਰਹੇ ਨੇ, ਸਾਨੂੰ ਕ੍ਰੋਧ ਨੇ ਕਾਬੂ ਕੀਤਾ ਹੋਇਆ ਹੈ, ਲੋਭ ਨੇ ਕਾਬੂ ਕੀਤਾ ਹੋਇਆ ਹੈ, ਹੰਕਾਰ ਨੇ ਫੜਿਆ ਹੋਇਆ ਹੈ। ਤਾਂ ਉਹ ਪ੍ਰਭੂ ਜਿਹੜਾ ਹੈ ਸਾਨੂੰ ਇਹਨਾਂ ਵਿਕਾਰਾਂ ਤੋਂ ਛਡਾ ਲਵੇਗਾ, ਬਚਾ ਲਵੇਗਾ, ਜੇ ਅਸੀਂ ਉਹਨੂੰ ਧਿਆਨ ਵਿੱਚ ਰੱਖਾਂਗੇ, ਜੇ ਰੱਬੀ ਗੁਣਾਂ ਨੂੰ ਧਿਆਨ ਵਿੱਚ ਰੱਖਾਂਗੇ। ਤਾਂ ਹੇ ਪਿਆਰਿਓ, ਤੁਹਾਨੂੰ ਇਹਨਾਂ ਵਿਕਾਰਾਂ ਤੋਂ, ਬੰਧਨਾਂ ਤੋਂ, ਪਾਪਾਂ ਤੋਂ, ਦੁੱਖਾਂ ਤੋਂ, ਚਿੰਤਾਵਾਂ ਤੋਂ ਉਹ ਛੁਡਾ ਲਵੇਗਾ। ਅਗਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਹੈ। ਫੱਕੜ ਜਾਤੀ ਫੱਕੜ ਨਾਉ, ਇਹਨੂੰ ਫਕੜ ਨਹੀਂ ਪੜਨਾ, ਫੱਕੜ। ਫੱਕੜ ਦਾ ਮਤਲਬ ਫਜ਼ੂਲ। ਜਿਵੇਂ ਅਸੀਂ ਆਮ ਭਾਸ਼ਾ ਵਿੱਚ ਵਰਤਦੇ ਹਾਂ ਨਾ, ਕਿ ਬੰਦਾ ਗੱਲ ਕਰਦਾ ਹੋਵੇ ਤੇ ਕਿਉਂ ਫੱਕੜ ਤੋਲ ਰਿਹਾ ਹੈ, ਯਾਨੀ ਕਿਉਂ ਬਕਵਾਸ ਕਰ ਰਿਹਾ ਹੈ, ਕਿਉਂ ਫਜ਼ੂਲ ਬੋਲ ਰਿਹਾ ਹੈ, ਵੀ ਉਹ ਫਲਾਂ ਬੰਦਾ ਤੇ ਬੜੇ ਫੱਕੜ ਤੋਲਦਾ ਹੈ, ਯਾਨੀ ਮਾੜਾ ਬੋਲਦਾ ਹੈ, ਫਜ਼ੂਲ ਬੋਲਦਾ ਹੈ। ਫੱਕੜ ਜਾਤੀ ਫੱਕੜ ਨਾਉ, ਇਤਨਾ ਇੱਕ ਅਜੀਬ ਚੀਜ਼ ਤੁਸੀਂ ਦੇਖ ਰਹੇ ਹੋ। ਪਹਿਲੇ ਫੱਕੜ ਦੇ ਡਾੜੇ ਥੱਲੇ ਔਂਕੜ ਨਹੀਂ ਹੈ, ਤੇ ਦੂਜੇ ਫੱਕੜ ਦੇ ਡਾੜੇ ਥੱਲੇ ਔਂਕੜ ਹੈ। ਕਿਉਂ? ਕਿਉਂਕਿ ਪਹਿਲੀ ਜਾਤੀ ਜਿਹੜੀ ਹੈ ਨਾ, ਇਹ ਫੀਮੇਲ ਜੈਂਡਰ ਹੈ, ਇਸਤਰੀ ਲਿੰਗ ਹੈ, ਇਸ ਲਈ ਫੱਕੜ ਨੂੰ ਇਸਤਰੀ ਲਿੰਗ ਬਣਾਉਣ ਲਈ ਉਹਦਾ ਔਂਕੜ ਹਟਾਇਆ ਗਿਆ। ਤੇ ਦੂਜਾ ਫੱਕੜ ਨਾਉ, ਇਹ ਪੁਲਿੰਗ ਹੈ, ਇਸ ਲਈ ਫੱਕੜ ਨੂੰ ਪੁਲਿੰਗ ਬਣਾਉਣ ਵਾਸਤੇ ਔਂਕੜ ਲਗਾਇਆ ਗਿਆ। ਫੱਕੜ ਜਾਤੀ ਯਾਨੀ ਜੋ ਜਾਤ ਦਾ ਹੰਕਾਰ ਹੈ ਨਾ, ਇਹ ਫਜ਼ੂਲ ਹੈ, ਵਿਅਰਥ ਹੈ। ਜਾਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਤਾਂ ਗੁਰੂ ਜੀ ਇੱਥੇ ਜਾਤੀਵਾਦ ਦਾ ਖੰਡਨ ਕਰ ਰਹੇ ਨੇ। ਜੇ ਅਸੀਂ ਇਤਿਹਾਸ ਵੱਲ ਝਾਤ ਮਾਰੀਏ ਤਾਂ ਜਾਤੀਵਾਦ ਨੇ ਕਿਹੜਾ ਵੱਡਾ ਨੁਕਸਾਨ ਮਨੁੱਖਤਾ ਦਾ ਕੀਤਾ, ਜੋ ਅਸੀਂ ਬਹੁਤ ਵਾਰੀ ਵਿਚਾਰ ਕਰ ਚੁੱਕੇ ਹਾਂ। ਬ੍ਰਾਹਮਣ, ਖਸ਼ਤਰੀ, ਸ਼ੂਦਰ, ਵੈਸ਼, 4 ਵਰਨਾਂ ਦੇ ਵਿੱਚ ਮਨੁੱਖਤਾ ਨੂੰ ਵੰਡ ਕੇ, ਤੇ ਜੋ ਅਖੌਤੀ ਸ਼ੂਦਰ ਸਨ, ਮਨੁੱਖਤਾ ਦੇ ਬਹੁਤ ਵੱਡੇ ਹਿੱਸੇ ਦੇ ਨਾਲ ਪਸ਼ੂਆਂ ਨਾਲੋਂ ਵੀ ਭੈੜਾ ਵਿਹਾਰ ਕੀਤਾ ਗਿਆ। ਝੂਠ ਖਾਣ ਲਈ ਦਿੱਤੀ ਗਈ, ਪਸ਼ੂਆਂ ਦੀ ਤਰ੍ਹਾਂ ਉਹਨਾਂ ਤੋਂ ਕੰਮ ਲਿਆ ਗਿਆ, ਗੁਲਾਮ ਬਣਾ ਕੇ ਰੱਖਿਆ ਗਿਆ, ਪਰਛਾਵੇਂ ਤੱਕ ਤੋਂ ਵੀ ਡਰ ਲੱਗਦਾ ਸੀ, ਵਿਦਿਆ ਤੋਂ ਹੀ ਨਾ ਰੱਖਿਆ ਗਿਆ। ਇਹ ਜਾਤੀ ਦਾ ਹੰਕਾਰ ਮਾੜਾ ਹੈ। ਰਾਮਚੰਦਰ ਜੀ ਨੇ ਤਾਂ ਇੱਕ ਸ਼ੰਭੂਕ ਨਾਮ ਦੇ ਸ਼ੂਦਰ ਨੂੰ ਇਸ ਕਰਕੇ ਮਾਰ ਦਿੱਤਾ ਸੀ ਕਿ ਉਹ ਨੀਵੀਂ ਜਾਤ ਦਾ ਹੋ ਕੇ ਭਗਤੀ ਕਰ ਰਿਹਾ ਸੀ। ਤਾਂ ਨੀਵੀਂ ਜਾਤ ਦੇ ਬੰਦੇ ਨੂੰ ਤਾਂ ਇਹ ਵੀ ਹੱਕ ਨਹੀਂ ਸੀ ਹੈਗਾ ਨਾ, ਕਿੰਨਾ ਅਨਰਥ ਕੀਤਾ ਗਿਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਜਾਤੀ ਦਾ ਹੰਕਾਰ ਜਿਹੜਾ ਹੈ ਬੇਕਾਰ ਹੈ, ਵਿਅਰਥ ਹੈ। ਜੇ ਤੁਸੀਂ ਜਾਤ ਦੇ ਨਾਲ ਜੁੜੋਗੇ ਤੇ ਜੋਤ ਨਹੀਂ ਦਿਸੇਗੀ। ਹੁਣ ਅਸੀਂ ਰੋਜ਼ ਪੜ੍ਹਦੇ ਹਾਂ ਨਾ, ਜਾਤ ਹੈ ਸਭ ਮਹਿ ਜੋਤ, ਜੋਤ ਹੈ ਸੋਏ, ਕਿ ਸਾਰਿਆਂ ਦੇ ਅੰਦਰ ਜੋਤ ਹੈ, ਪਰ ਅਸੀਂ ਜੋਤ ਨਹੀਂ ਵੇਖਦੇ, ਅਸੀਂ ਰੱਬੀ ਗੁਣ ਨਹੀਂ ਵੇਖਦੇ। ਅਸੀਂ ਜਾਤ ਪੁੱਛਦੇ ਹਾਂ ਤੁਹਾਡਾ ਸਰਨੇਮ ਕੀ ਹੈ, ਯਾਨੀ ਅਸੀਂ ਜਾਤ ਦੇ ਨਾਲ ਜੁੜੇ ਹੋਏ ਹਾਂ। ਤਾਂ ਗੁਰੂ ਜੀ ਕਹਿੰਦੇ ਨੇ ਜਾਤੀਵਾਦ ਵਿਅਰਥ ਦਾ ਹੰਕਾਰ ਹੈ। ਇਸ ਈਗੋ ਨੂੰ ਛੱਡੋ, ਹਰ ਇੱਕ ਦੇ ਅੰਦਰ ਪ੍ਰਭੂ ਨੂੰ ਵੇਖੋ। ਹਰ ਇਨਸਾਨ ਰੱਬ ਵਰਗਾ ਹੈ। ਕੋਈ ਬੰਦਾ ਜਾਤ ਕਰਕੇ ਨੀਵਾਂ ਜਾਂ ਉੱਚਾ ਨਹੀਂ ਹੋ ਸਕਦਾ, ਗੁਣਾ ਕਰਕੇ ਕੋਈ ਉੱਚਾ ਜਾਂ ਨੀਵਾਂ ਹੋ ਸਕਦਾ ਹੈ। ਉਹਦੀ ਸੋਚ ਕੈਸੀ ਹੈ, ਉੱਚੀ ਜਾਂ ਨੀਵੀਂ। ਕੋਈ ਪਤਿਤ ਜਾਂ ਪਾਵਨ ਜਾਤ ਕਰਕੇ ਨਹੀਂ ਹੈ, ਉੱਚਾ ਨੀਵਾਂ ਜਾਤ ਕਰਕੇ ਨਹੀਂ ਹੈ। ਉੱਚਾ ਔਰ ਨੀਵਾਂ ਗੁਣਾ ਕਰਕੇ ਹੈ, ਆਚਰਨ ਕਰਕੇ ਹੈ। ਫੱਕੜ ਨਾਉ, ਨਾਉ ਦਾ ਮਤਲਬ ਮਾਣ ਜਿਹੜਾ ਹੈ ਨਾ, ਨਾਉ ਦਾ ਮਤਲਬ ਨਾਮਣਾ, ਇਹ ਆਪਣਾ ਜਿਹੜਾ ਹੈ ਵੱਡਪਣ, ਕਿ ਮੈਂ ਵੱਡਾ ਹਾਂ, ਮੇਰਾ ਨਾਮ ਬੜਾ ਚੱਲਦਾ ਹੈ। ਅਸੀਂ ਆਮ ਕਹਿੰਦੇ ਨਾ ਫਲਾਣੇ ਦਾ ਬੜਾ ਨਾਮ ਚੱਲਦਾ ਹੈ। ਤਾਂ ਜਿਹੜਾ ਇਹ ਵੱਡਪਣ ਹੈ, ਮਾਣ ਵਡਿਆਈ ਹੈ, ਇਹਦਾ ਹੰਕਾਰ ਵੀ ਮਾੜਾ ਹੈ। ਦੇਖੋ ਵੱਡਾ ਬੰਦਾ ਕੌਣ ਹੈ? ਅਸੀਂ ਵੱਡਾ ਬੰਦਾ ਉਹਨੂੰ ਕਹਿ ਸਕਦੇ ਹਾਂ ਕਿ ਜਿਹਦੇ ਕੋਲ ਬੈਠ ਕੇ ਦੂਜੇ ਨੂੰ ਨੀਵਾਂਪਨ ਮਹਿਸੂਸ ਨਾ ਹੋਵੇ, ਜੋ ਦੂਜੇ ਨੂੰ ਨੀਵਾਂ ਮਹਿਸੂਸ ਨਾ ਕਰਾਏ। ਵੱਡਾ ਉਹ ਹੈ ਜਿਹਦੇ ਗੁਣ ਵੱਡੇ ਨੇ, ਵੱਡਾ ਉਹ ਹੈ ਜਿਹਦਾ ਸੁਭਾਅ ਚੰਗਾ ਹੈ, ਮਹਾਨ ਉਹ ਹੈ ਜਿਹਦੇ ਕੰਮ ਮਹਾਨ ਨੇ, ਜਿਹਦੇ ਬੋਲ ਚੰਗੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਇਹਨਾਂ ਚੀਜ਼ਾਂ ਦਾ ਮਾਣ
ਹੰਕਾਰ ਜਿਹੜਾ ਹੈ ਉਹ ਮਾੜਾ ਹੈ, ਕਿਉਂਕਿ ਹੰਕਾਰ ਤੁਹਾਨੂੰ ਲੈ ਕੇ ਬਹਿ ਜਾਵੇਗਾ। ਸਭਨਾ ਜੀਆਂ ਇੱਕਾ ਛਾਓ, ਇਹਨੂੰ ਜੀਆ ਨਹੀਂ ਪੜਨਾ, ਜੀਆਂ। ਛਾਓ ਨਹੀਂ ਪੜਨਾ, ਛਾਉ। ਸਭਨਾ ਜੀਆਂ ਇੱਕਾ ਛਾਉ। ਛਾਉ ਦਾ ਮਤਲਬ ਨੁਹਾਰ ਯਾਨੀ ਆਸਰਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਰੇ ਜੀਵਾਂ ਨੂੰ ਇੱਕੋ ਹੀ ਪ੍ਰਭੂ ਦਾ ਆਸਰਾ ਹੈ, ਇੱਕੋ ਹੀ ਪ੍ਰਭੂ ਦਾ ਆਸਰਾ ਹੈ। ਜਾਂ ਛਾਉ ਦਾ ਮਤਲਬ ਨੁਹਾਰ ਵੀ, ਕਿ ਸਭ ਜੀਵਾਂ ਦੀ ਜਿਹੜੀ ਅੰਦਰ ਹੈ ਉਹ ਸਾਰਾ ਕੁਝ ਇੱਕ ਹੀ ਹੈ, ਸਾਰਿਆਂ ਨੂੰ ਇੱਕੋ ਹੀ ਆਸਰਾ ਹੈ, ਇੱਕ ਦਾ ਹੀ ਆਸਰਾ ਹੈ, ਮੈਨੂੰ ਵੀ ਤੁਹਾਨੂੰ ਵੀ। ਇੱਕ ਦਾ ਆਸਰਾ ਕਿਵੇਂ? ਕਿ ਇੱਕ ਸਿਸਟਮ ਹੈ ਨਾ, ਉਸ ਸਿਸਟਮ ਦੇ ਵਿੱਚ ਮੈਂ ਵੀ ਜੀ ਰਿਹਾ, ਤੁਸੀਂ ਵੀ ਜੀ ਰਹੇ ਹੋ, ਹੋਰ ਵੀ ਸਾਰੇ ਜੀ ਰਹੇ ਨੇ। ਕੋਈ ਦੁਨੀਆ ਦਾ ਬੰਦਾ ਇਹ ਨਹੀਂ ਕਹਿੰਦਾ ਕਿ ਮੈਂ ਉਸ ਸਿਸਟਮ ਤੋਂ ਬਾਹਰ ਜੀ ਰਿਹਾ ਹਾਂ, ਕਿ ਮੈਨੂੰ ਉਸ ਸਿਸਟਮ ਤੋਂ ਬਾਹਰ ਆਸਰਾ ਹੈ ਕਿਸੇ ਦਾ। ਤਾਂ ਸਾਰਿਆਂ ਨੂੰ ਇੱਕ ਦਾ ਆਸਰਾ ਹੈ, ਕਿ ਦੇਵੀਆਂ ਦੇਵਤੇ, ਪੀਰ ਫਕੀਰ, ਕਬਰਾਂ ਮੜੀਆਂ, ਇਹ ਜੰਤਰ ਮੰਤਰ ਸਾਰੀਆਂ ਵਿਅਰਥ ਦੀਆਂ ਚੀਜ਼ਾਂ ਨੇ। ਤਾਂ ਸਾਰਿਆਂ ਨੂੰ ਇੱਕੋ ਦਾ ਆਸਰਾ ਹੈ, ਇੱਕੋ ਹੁਕਮ ਦੇ ਅੰਦਰ ਸਾਰੇ ਜੀ ਰਹੇ ਹਨ। ਪਰ ਗੁਰੂ ਜੀ ਕਹਿੰਦੇ ਨੇ ਆਪੂ ਜੇ ਕੋ ਭਲਾ ਕਹਾਏ, ਜਾਤੀ ਦੀ ਵਡਿਆਈ ਦੇ ਆਸਰੇ ਜਾਂ ਹੋਰ ਮਾਣ ਵਡਿਆਈਆਂ ਦੇ ਆਸਰੇ ਜੇ ਕੋਈ ਆਪਣੇ ਆਪ ਨੂੰ ਚੰਗਾ ਅਖਵਾਏ ਕਿ ਮੈਂ ਚੰਗਾ ਹਾਂ ਕਿਉਂਕਿ ਮੇਰੀ ਜਾਤ ਚੰਗੀ ਹੈ, ਮੈਂ ਚੰਗਾ ਕਿਉਂਕਿ ਮੈਂ ਪੜ੍ਹਿਆ ਬਹੁਤ, ਮੈਂ ਚੰਗਾ ਕਿਉਂਕਿ ਮੇਰੀ ਪਦਵੀ ਬੜੀ ਹੈ, ਮੈਂ MLA MP ਹਾਂ ਜਾਂ ਕੁਛ ਹਾਂ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਕੋਈ ਆਪਣੇ ਆਪ ਨੂੰ ਗੁਨਾਹ ਤੋਂ ਸਖਣਾ ਰਹਿ ਕੇ, ਰੱਬੀ ਹੁਕਮ ਤੋਂ ਬਾਹਰ ਰਹਿ ਕੇ ਭਲਾ ਅਖਵਾਏ, ਚੰਗਾ ਅਖਵਾਏ ਕਿ ਮੈਂ ਚੰਗਾ ਹਾਂ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਤਾਂ ਪਰ ਜਾਪੈ, ਤਾਂ ਤੇ ਬਿੰਦੀ ਲਗਾਵਾਂਗੇ, ਤਾਂ ਪਰ ਜਾਪੈ ਜਾਂ ਪਤ ਲੇਖੇ ਪਾਏ। ਜਾਪੈ ਦਾ ਮਤਲਬ ਜਾਪਦਾ ਹੈ, ਚੰਗੀ ਤਰ੍ਹਾਂ ਪ੍ਰਗਟ ਹੁੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੀਵ ਤਾਂ ਹੀ ਚੰਗਾ ਜਾਣਿਆ ਜਾਂਦਾ ਹੈ ਜੇ ਉਹਦੀ ਪੱਤ ਲੇਖੇ ਵਿੱਚ ਪੈ ਜਾਏ, ਲੇਖੇ ਵਿੱਚ ਪੈ ਜਾਏ, ਰੱਬੀ ਦਰਗਾਹ ਵਿੱਚ ਪ੍ਰਵਾਨ ਹੋ ਜਾਏ। ਯਾਨੀ ਜਿੱਥੇ ਸੱਚ ਦੀ ਕਸਵੱਟੀ ਤੇ ਫੈਸਲਾ ਕੀਤਾ ਜਾਂਦਾ ਹੈ ਨਾ, ਯੂਨੀਵਰਸਲ ਟਰੁਥ ਦੇ ਬੇਸ ਤੇ, ਉੱਥੇ ਪਰਖਿਆ ਬੰਦਾ ਪੂਰਾ ਉਤਰੇ, ਇਨਸਾਨੀਅਤ ਦੇ ਨਾਮ ਦੇ ਉੱਤੇ ਪਰਖਿਆ ਜਾਏ, ਸੱਚ ਤੇ ਪਰਖਿਆ ਜਾਏ। ਜੇ ਅਸੀਂ ਹੋਰ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਜੇ ਗੁਰਬਾਣੀ ਅਨੁਸਾਰ ਜੀਵਨ ਪਰਖਿਆ ਜਾਏ ਕਿ ਕਿਹਦਾ ਜੀਵਨ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ, ਮਨ ਬਚਨ ਕਰਮ ਕਰਕੇ ਕੌਣ ਸੱਚਾ ਹੈ, ਸਚਿਆਰ ਕੌਣ ਹੈ, ਜੇ ਇਹ ਚੀਜ਼ ਪਰਖੀ ਜਾਏ ਔਰ ਇੱਥੇ ਬੰਦਾ ਪੂਰਾ ਉਤਰ ਜਾਏ ਤਾਂ ਤੇ ਇੱਜ਼ਤ ਹੈ, ਤਾਂ ਤੇ ਮਾਣ ਹੈ, ਤਾਂ ਤੇ ਵੱਡਾ ਹੈ, ਫਿਰ ਤਾਂ ਇੱਜ਼ਤ ਹੋਈ। ਤੇ ਜੇ ਕੋਈ ਚਾਹੇ ਕਿ ਮੈਂ ਜਾਤ ਕਰਕੇ ਉੱਚਾ ਨੀਵਾਂ ਹਾਂ ਜਾਂ ਮੈਂ ਕੋਈ ਮੇਰੇ ਕੋਲ ਪਦਵੀ ਹੈ ਉਸ ਕਰਕੇ ਮੈਂ ਭਲਾ ਹਾਂ, ਤਾਂ ਇਹ ਵਿਅਰਥ ਦੀਆਂ ਗੱਲਾਂ ਨੇ, ਇਹਨਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪਦਵੀ ਪ੍ਰਾਪਤ ਨਹੀਂ ਕਰਨੀ, ਲੇਕਿਨ ਗੱਲ ਹੈ ਚੰਗਿਆਈ ਦੀ, ਗੱਲ ਹੈ ਗੁਣਾਂ ਦੀ। ਜੇ ਗੁਣ ਨਹੀਂ ਹਨ, ਜੇ ਸੱਚ ਦੇ ਨਾਲ ਬੰਦਾ ਨਹੀਂ ਜੁੜਿਆ, ਤਾਂ ਜਿੰਨੀ ਮਰਜ਼ੀ ਵੱਡੀ ਪਦਵੀ ਹੋਵੇ ਉਸ ਪਦਵੀ ਦਾ ਕੋਈ ਲਾਭ ਨਹੀਂ ਹੈ। ਗੁਰਦੇਵ ਨੇ ਹੋਰ ਥਾਵੇਂ ਬਚਨ ਕੀਤਾ ਹੈ ਨਾ, ਪਤ ਪਰਵਾਨਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ। ਰੱਬ ਵੱਲੋਂ ਮਿਲੀ ਹੋਈ ਜੋ ਇੱਜ਼ਤ ਹੈ ਇੱਕ ਪਲੜੇ ਵਿੱਚ ਪਾਈ ਜਾਏ ਤੇ ਸਾਡੇ ਕੀਤੇ ਹੋਏ ਕਰਮ ਉਹਦੇ ਬਰਾਬਰ ਉਤਰ ਜਾਣ ਤਾਂ ਤੇ ਸਮਝ ਲਓ ਇੱਜ਼ਤ ਹੈ, ਤੇ ਜੇ ਉੱਥੇ ਪੂਰੇ ਨਹੀਂ ਉਤਰੇ ਤਾਂ ਫਿਰ ਇੱਜ਼ਤ ਨਹੀਂ ਹੈ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਸਾਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਦਾ ਸ਼ਲੋਕ ਹੈ, ਜਿਸ ਪਿਆਰੇ ਸਿਓ ਨਹਿ ਤਿਸ ਆਗੇ ਮਰ ਚੱਲੀਏ। ਇਹਨੂੰ ਨੇਹੂ ਨਹੀਂ ਪੜਨਾ, ਨਹੀਂ, ਕਿਉਂਕਿ ਨਾਉਨ ਹੈ, ਤੇ ਜਦੋਂ ਨਾਉਨ ਦੇ ਆਖਰੀ ਹਾਹੇ ਥੱਲੇ ਔਂਕੜ ਹੋਵੇ ਤਾਂ ਉਹ ਇਕਵਚਨੀ ਸ਼ਬਦ ਹੁੰਦਾ ਹੈ, ਉਹਦਾ ਉਚਾਰਨ ਨਹੀਂ ਕਰੀਦਾ। ਜਦੋਂ ਕਿਰਿਆਵਾਚੀ ਆਖਰੀ ਸ਼ਬਦ ਦੇ ਥੱਲੇ ਹਾਹੇ ਥੱਲੇ ਔਂਕੜ ਹੋਵੇ ਉਹਦਾ ਉਚਾਰਨ ਕਰੀਦਾ, ਕਿਉਂਕਿ ਉਹ ਬਹੁਵਚਨੀ ਸ਼ਬਦ ਹੁੰਦੇ ਨੇ, ਜਿਵੇਂ ਜਾਹੋ, ਖਾਹੋ, ਪਾਹੋ, ਸੋਵੋ, ਜਾਗੋ, ਲੇਵੋ, ਦੇਵੋ, ਜੰਮੋ, ਮਰੋ, ਉਤਰੋ, ਚੜੋ, ਇਹ ਸਾਰੇ ਕਿਰਿਆਵਾਚੀ ਸ਼ਬਦ ਨੇ। ਇਸ ਲਈ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਥੱਲੇ ਜਦੋਂ ਔਂਕੜ ਹੋਵੇ ਤਾਂ ਬੁਲਾਈਦਾ, ਤੇ ਜੇ ਨਾਉਨ ਦੇ ਆਖਰੀ ਹਾਹੇ ਥੱਲੇ ਔਂਕੜ ਫਿਰ ਨਹੀਂ। ਜਿਸ ਪਿਆਰੇ ਸਿਉ ਨਹੀਂ, ਜਿਸ ਪਿਆਰੇ ਦੇ ਨਾਲ ਪਿਆਰ ਹੋਵੇ, ਤਿਸ ਆਗੇ ਮਰ ਚੱਲੀਏ, ਉਹਦੇ ਸਾਹਮਣੇ ਮਰ ਕੇ ਜੀਣਾ ਚਾਹੀਦਾ। ਰਿਗ ਜੀਵਨ ਸੰਸਾਰ ਤਾਕੈ ਪਾਛੇ ਜੀਵਨਾ, ਤੇ ਇਹਦਾ ਅਰਥ ਇਹ ਕੀਤਾ ਹੈ ਕਈਆਂ ਨੇ ਕਿ ਉਹਦੇ ਤੋਂ ਪਿੱਛੋਂ ਜੀਣਾ ਬੇਕਾਰ ਹੈ, ਉਹਦੇ ਤੋਂ ਪਹਿਲਾਂ ਹੀ ਮਰ ਜਾਣਾ ਚਾਹੀਦਾ, ਉਹਦੇ ਅੱਗੇ ਮਰ ਜਾਣਾ ਚਾਹੀਦਾ, ਪਰ ਇਹਦਾ ਮੀਨਿੰਗ ਇਹ ਨਹੀਂ ਹੈ। ਜਿਸ ਪਿਆਰੇ ਸੋ ਨਹੀਂ, ਜਿਸ ਪਿਆਰੇ ਗੁਰੂ ਦੇ ਨਾਲ, ਪ੍ਰਭੂ ਦੇ ਨਾਲ ਪਿਆਰ ਹੈ, ਤਿਸ ਆਗੇ, ਉਹਦੇ ਅੱਗੇ
ਮਰ ਚੱਲੀਏ, ਚੱਲੀਏ ਦਾ ਮਤਲਬ ਚੱਲਣਾ ਚਾਹੀਦਾ ਹੈ, ਜੀਵਨ ਜੀਣਾ ਚਾਹੀਦਾ ਹੈ। ਮਰ ਕੇ ਦਾ ਮਤਲਬ ਆਪਾ ਭਾਵ ਮਿਟਾ, ਕਾਰ ਤਿਆਗ ਕੇ, ਆਪਣੀ ਮੱਤ ਛੱਡ ਕੇ, ਉਸ ਅੱਗੇ ਆਪਣਾ ਹੰਕਾਰ, ਆਪਣੀ ਮੱਤ ਛੱਡ ਕੇ ਚੱਲਣਾ ਚਾਹੀਦਾ ਹੈ, ਜਿਸ ਦੇ ਨਾਲ ਪਿਆਰ ਹੋਵੇ। ਹੁਣ ਜਿਵੇਂ ਅਸੀਂ ਕਹਿੰਦੇ ਆ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਿਆਰ ਹੈ, ਰੱਬ ਨਾਲ ਸਾਡਾ ਪਿਆਰ ਹੈ, ਤਾਂ ਪਿਆਰ ਤਾਂ ਮੰਨਿਆ ਜਾਏਗਾ ਜੇ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਨੂੰ ਅਪਣਾ ਲਿਆ ਜਾਏ। ਤਾਂ ਤੇ ਅਸੀਂ ਉਹਦੇ ਅੱਗੇ ਮਰ ਕੇ ਚੱਲ ਰਹੇ ਹਾਂ, ਹੰਕਾਰ ਛੱਡ ਕੇ ਚੱਲ ਰਹੇ ਹਾਂ। ਤੇ ਜੇ ਅਸੀਂ ਮੱਤ ਆਪਣੀ ਕਰਦੇ ਹਾਂ ਤੇ ਫਿਰ ਸਾਡਾ ਜੀਵਨ ਜਿਹੜਾ ਹੈ ਉਹ ਪਿਆਰ ਵਾਲਾ ਜੀਵਨ ਨਹੀਂ ਹੈ। ਹੁਣ ਗੁਰੂ ਜੀ ਸਾਨੂੰ ਰੋਜ਼ ਕਹਿੰਦੇ ਨੇ ਬੋਲੀਏ ਸੱਚ, ਧਰਮ, ਝੂਠ ਨਾ ਬੋਲੀਏ, ਪਰ ਅਸੀਂ ਝੂਠ ਤੇ ਛੱਡਿਆ ਨਹੀਂ, ਤਾਂ ਮਰ ਕੇ ਚੱਲਣਾ ਤੇ ਨਾ ਹੋਇਆ। ਗੁਰੂ ਜੀ ਸਾਨੂੰ ਰੋਜ਼ ਕਹਿੰਦੇ ਨੇ ਵੀ ਈਰਖਾ ਆਦਿਕ ਦਾ ਤਿਆਗ ਕਰੋ, ਬਾਦ ਵਿਵਾਦ ਕਾਹੂ ਸਿਉ ਨਾ ਕੀਜੇ, ਪਰ ਸਾਨੂੰ ਤੇ ਕੋਈ ਮਾੜੀ ਦੀ ਗੱਲ ਕਹੇ ਤੇ ਅਸੀਂ ਲੜਨ ਮਰਨ ਵਾਸਤੇ ਤਿਆਰ ਹਾਂ, ਤਾਂ ਮਰ ਕੇ ਤਾਂ ਨਾ ਚੱਲੇ। ਇਸ ਲਈ ਗੁਰੂ ਜੀ ਕਹਿੰਦੇ ਨੇ ਜਿਸ ਪਿਆਰੇ ਦੇ ਨਾਲ ਤੁਹਾਡੀ ਪ੍ਰੀਤ ਹੈ ਉਹਦੇ ਅੱਗੇ ਆਪਣਾ ਆਪਾ ਸਮਰਪਿਤ ਕਰਕੇ ਆਪਣੀ ਈਗੋ ਨੂੰ ਛੱਡ ਕੇ ਜੀਵਨ ਜੀਣਾ ਚਾਹੀਦਾ ਹੈ। ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਨਾ, ਪਾਛੇ ਦਾ ਮਤਲਬ ਉਹਦੇ ਵੱਲੋਂ ਮੂੰਹ ਮੋੜ ਕੇ, ਉਸ ਸੰਸਾਰ ਦੇ ਅੰਦਰ ਰੱਬ ਤੋਂ ਗੁਰੂ ਤੋਂ ਬੇਮੁਖ ਹੋ ਕੇ ਜਿਹੜਾ ਜੀਵਨ ਜੀਣਾ ਹੈ ਉਹ ਤ੍ਰਿਕਾਰ ਹੈ, ਲਾਨਤ ਹੈ ਉਸ ਜੀਵਨ। ਦੇਖੋ ਜੇ ਅਸੀਂ ਰੱਬੀ ਗੱਲ ਕਰੀਏ ਤਾਂ ਅਸੀਂ ਇਹ ਚੀਜ਼ਾਂ ਸੁਣ ਹੀ ਲਈਆਂ ਨੇ, ਤੇ ਜੇ ਦੁਨਿਆਵੀ ਗੱਲ ਵੀ ਅਸੀਂ ਕਰੀਏ, ਸਾਡੇ ਭੈਣ ਭਰਾ ਨੇ, ਰਿਸ਼ਤੇਦਾਰ ਨੇ, ਸੱਜਣ ਮਿੱਤਰ ਨੇ, ਜਿਨ੍ਹਾਂ ਦੇ ਨਾਲ ਅਸੀਂ ਕਹਿੰਦੇ ਆ ਵੀ ਸਾਡਾ ਪਿਆਰ ਹੈ, ਤਾਂ ਫਿਰ ਉੱਥੇ ਆਪਣਾ ਹੰਕਾਰ ਛੱਡ ਕੇ ਚੱਲਣਾ ਚਾਹੀਦਾ, ਇੱਕ ਦੂਜੇ ਦੇ ਅੱਗੇ ਸਮਰਪਣ ਦੀ ਭਾਵਨਾ ਦੇ ਨਾਲ। ਜਿਵੇਂ ਅਸੀਂ ਪਿਆਰ ਦੀ ਡੈਫੀਨੇਸ਼ਨ ਵੀ ਲਿਖੀ ਸੀ ਕਿ ਸ਼ੁਭ ਔਰ ਨਿਸਵਾਰਥ ਭਾਵਨਾਵਾਂ ਦੇ ਨਾਲ ਆਤਮ ਸਮਰਪਣ ਕੀਤੇ ਹੋਏ ਦਾ ਨਾਮ ਹੀ ਪ੍ਰੇਮ ਹੈ। ਤਾਂ ਉਹ ਪ੍ਰੇਮ ਕਾਹਦਾ ਹੋਇਆ ਜੇ ਇੱਕ ਦੂਜੇ ਨਾਲ ਹੰਕਾਰ ਬੇਮੁਖ ਹੋ ਕੇ ਜੀ ਰਹੇ ਹਾਂ, ਇੱਕ ਦੂਜੇ ਦੇ ਸੁੱਖ ਦੁੱਖ ਦੇ ਸਾਥ ਹੀ ਨਹੀਂ, ਹੇਰਾ ਫੇਰੀਆਂ ਕਰ ਰਹੇ ਹਾਂ, ਤਾਂ ਇਹ ਲਾਨਤ ਵਾਲੀ ਜ਼ਿੰਦਗੀ ਹੈ, ਇਹ ਕੋਈ ਚੰਗਾ ਜੀਵਨ ਨਹੀਂ ਹੈ। ਇਸ ਲਈ ਜੇ ਗੁਰੂ ਨਾਲ ਪਿਆਰ ਹੈ ਤਾਂ ਆਪਣੀ ਮੱਤ ਨੂੰ ਛੱਡ ਕੇ ਜ਼ਿੰਦਗੀ ਜੀਣੀ ਚਾਹੀਦੀ ਹੈ। ਗੁਰੂ ਤੋਂ ਬੇਮੁਖ ਹੋ ਕੇ, ਰੱਬ ਤੋਂ ਬੇਮੁਖ ਹੋ ਕੇ ਜੀਣਾ ਲਾਨਤ ਯੋਗ ਹੈ, ਉਹ ਕੋਈ ਇੱਜ਼ਤ ਵਾਲਾ ਜੀਵਨ ਨਹੀਂ ਹੈ, ਦੁਖਦਾਈ ਹੈ। ਹੁਣ ਦੇਖੋ ਜੇ ਅਸੀਂ ਰੱਬੀ ਰਜ਼ਾ ਨੂੰ ਸਮਝਦੇ, ਕੁਦਰਤ ਦੇ ਨਿਯਮਾਂ ਨੂੰ ਸਮਝਦੇ, ਗੁਰਬਾਣੀ ਨੂੰ ਸਮਝਦੇ ਹੋਏ ਆਪਣੇ ਜੀਵਨ ਨੂੰ ਕਿਸੇ ਮਰਿਆਦਾ ਦੇ ਵਿੱਚ ਰੱਖੀਏ, ਫਰਜ਼ਾਂ ਨੂੰ ਪੂਰੇ ਕਰੀਏ, ਤਾਂ ਕਿੰਨਾ ਸੋਹਣਾ ਜੀਵਨ ਬਣ ਜਾਏਗਾ, ਕਿੰਨਾ ਸੋਹਣਾ ਇਹ ਸੰਸਾਰ ਬਣ ਜਾਏਗਾ। ਤੇ ਜੇ ਨਹੀਂ ਤਾਂ ਫਿਰ ਲਾਨਤ ਵਾਲੀ ਗੱਲ ਹੀ ਹੈ ਨਾ। ਭੈਣਾਂ ਵੀ ਹੋਣ, ਭਰਾ ਵੀ ਹੋਣ, ਮਾਂ-ਬਾਪ ਹੋਣ, ਰਿਸ਼ਤੇਦਾਰ ਵੀ ਹੋਣ, ਪਰ ਆਪਸ ਵਿੱਚ ਬਣਦੀ ਨਾ ਹੋਵੇ, ਇੱਕ ਦੂਜੇ ਨਾਲ ਬੰਦਾ ਧੋਖਾ ਕਰਦਾ ਹੋਵੇ, ਬੇਵਿਸ਼ਵਾਸੀ, ਤਾਂ ਉਹਨੂੰ ਲਾਨਤ ਹੀ ਕਹਿ ਸਕਦੇ ਹਾਂ, ਵੀ ਲਾਨਤ ਹੈ ਐਸੇ ਲੋਕਾਂ ਨੂੰ। ਤੁਧ ਆਪੇ ਧਰਤੀ ਸਾਜੀ ਹੈ, ਚੰਦ ਸੂਰਜ ਦੋਏ ਦੀਵੇ, ਕਿ हे ਪ੍ਰਭੂ ਤੂੰ ਆਪ ਹੀ ਇਹ ਧਰਤੀ ਰਚੀ ਹੈ, ਸ੍ਰਿਸ਼ਟੀ ਰਚੀ ਹੈ। ਚੰਦ ਸੂਰਜ ਦੋਏ ਦੀਵੇ, ਚੰਦਰਮਾ ਔਰ ਸੂਰਜ ਮਾਨੋ ਤੂੰ ਦੋ ਦੀਵੇ ਬਣਾ ਦਿੱਤੇ ਨੇ, ਕਾਇਨਾਤ ਦੀ ਗੱਲ ਕਰ ਰਹੇ ਨੇ। 10 4 ਹੱਟ ਤੁਧ ਸਾਜਿਆ ਵਪਾਰ ਕਰੀਵੇ। 10 ਤੇ 4 ਦਾ ਮਤਲਬ 14, ਯਾਨੀ 14 ਭਵਨ। ਇੱਕ ਮਨੋਤ ਹੈ ਨਾ ਕਿ 14 ਭਵਨ ਨੇ, 7 ਆਕਾਸ਼ 7 ਪਤਾਲ ਵਗੈਰਾ। ਗੁਰੂ ਜੀ ਇੱਥੇ ਸਾਰੇ ਸੰਸਾਰ ਦੀ ਗੱਲ ਕਰ ਰਹੇ ਨੇ। 10 4 ਹੱਟ ਯਾਨੀ 14 ਭਵਨ ਦਾ ਮਤਲਬ ਸਾਰਾ ਸੰਸਾਰ ਤੁਧ ਸਾਜਿਆ, ਰਚਿਆ ਹੈ, ਕਾਹਦੇ ਲਈ? ਵਪਾਰ ਕਰੀਵੇ, ਵਣਜ ਵਪਾਰ ਕਰਨ ਲਈ। ਵਣਜ ਵਪਾਰ ਕਰਨ ਲਈ ਮਾਨੋ ਹੱਟੀਆਂ ਬਣਾ ਦਿੱਤੀਆਂ ਨੇ, ਹੱਟ ਬਣਾ ਦਿੱਤਾ। ਜਿਵੇਂ ਹੱਟੀਆਂ ਤੇ ਕੁਛ ਲਈਦਾ, ਕੁਛ ਦੇਈਦਾ। ਅਸੀਂ ਜਾ ਕੇ ਦੁਕਾਨ ਤੇ ਪੈਸੇ ਦਿੰਦੇ ਹਾਂ, ਸਾਨੂੰ ਕੋਈ ਚੀਜ਼ ਮਿਲਦੀ ਹੈ। ਅਸੀਂ ਜਾ ਕੇ ਕੋਈ ਚੀਜ਼ ਵੇਚਦੇ ਹਾਂ, ਉਹਦੇ ਬਦਲੇ ਸਾਨੂੰ ਪੈਸੇ ਮਿਲਦੇ ਨੇ, ਲੈਣ ਦੇਣ। ਯਾਨੀ ਇਹ ਜਿਹੜਾ ਸਾਰਾ ਸੰਸਾਰ ਹੈ ਇਹ ਮਾਨੋ ਵਪਾਰ ਵਣਜ ਕਰਨ ਵਾਸਤੇ ਹੱਟੀਆਂ ਨੇ। ਇੱਥੇ ਅਸਾਂ ਵਣਜ ਕਰਨਾ ਹੈ, ਇੱਕ ਵਪਾਰ ਕਰਨਾ ਹੈ। ਇਹ ਸਾਡੀ ਸਾਰੀ ਜ਼ਿੰਦਗੀ ਇੱਕ ਵਪਾਰ ਹੈ। ਸਾਡੀ ਬੋਲ ਚਾਲ, ਸਾਡਾ ਰਹਿਣ ਸਹਿਣ, ਸਾਡਾ ਵਿਹਾਰ ਇੱਕ ਵਪਾਰ ਹੈ। ਇਕਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ। ਤੇ ਇਸ ਵਪਾਰ ਦੇ ਅੰਦਰ ਇੱਕ ਉਹ ਨੇ ਜਿਨ੍ਹਾਂ ਨੂੰ ਪ੍ਰਭੂ ਲਾਭ ਦਿੰਦਾ ਹੈ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਲਾਭ ਹੈ। ਵਪਾਰ ਵਿੱਚ ਘਾਟਾ ਵੀ ਪੈ ਜਾਂਦਾ ਨਾ, ਤਾਂ ਗੁਰੂ ਜੀ ਕਹਿੰਦੇ ਨੇ ਇੱਕ ਉਹ ਨੇ, ਕਈ ਲੋਕ ਉਹ ਨੇ ਜਿਨ੍ਹਾਂ ਨੂੰ ਇਸ ਜੀਵਨ ਦੇ ਅੰਦਰ ਲਾਭ ਮਿਲਦਾ ਹੈ। ਤੇ ਉਹ ਕੌਣ ਨੇ? ਜੋ ਗੁਰਮੁਖ ਥੀਵੇ। ਥੀਵੇ ਦਾ ਮਤਲਬ ਜੋ ਬਣ ਗਏ, ਗੁਰਮੁਖ ਦਾ ਮਤਲਬ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ,
ਜੋ ਗੁਰੂ ਦੇ ਸਨਮੁਖ ਹੋ ਗਏ। ਗੁਰਮੁਖ ਦਾ ਮਤਲਬ ਇਹ ਨਹੀਂ ਕਿ ਜਿੰਨੇ ਮੇਰੇ ਵਰਗੇ ਕੱਪੜੇ ਪਾ ਲਏ, ਚੰਗੀ ਦਸਤਾਰ ਬਣ ਲਈ, ਚੋਲਾ ਪਾ ਲਿਆ, ਮਾਲਾ ਪਾ ਲਈ। ਗੁਰਮੁਖ ਦਾ ਮਤਲਬ ਉਹ ਹੈ ਜੋ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ, ਪਹਿਨਾਵੇ ਦੀ ਗੱਲ ਨਹੀਂ ਹੈ, ਜਿਹਦੇ ਬੋਲ ਚਾਲ ਗੁਰਬਾਣੀ ਅਨੁਸਾਰ ਹੈ, ਜਿਸ ਦਾ ਵਿਹਾਰ ਗੁਰਬਾਣੀ ਅਨੁਸਾਰ ਹੈ, ਜਿਸ ਦੀ ਮੈਂਟੈਲਿਟੀ ਗੁਰਬਾਣੀ ਅਨੁਸਾਰ ਹੈ, ਉਹਨੂੰ ਇਸ ਦੁਨੀਆ ਦੇ ਅੰਦਰ ਲਾਭ ਮਿਲਦਾ ਹੈ। ਔਰ ਹਕੀਕਤ ਹੈ, ਦੇਖੋ ਅਸੀਂ ਬੋਲ ਬਾਣੀ ਸਾਡੀ ਕਿੰਨੀ ਮਾੜੀ ਹੁੰਦੀ ਹੈ ਤਾਂ ਉਹਦਾ ਨੁਕਸਾਨ ਹੁੰਦਾ ਹੈ, ਸਾਡੇ ਰਿਸ਼ਤੇ ਟੁੱਟ ਗਏ। ਚੰਗੇ ਭਲੇ ਬੰਦੇ ਹੁੰਦੇ ਹੋਏ ਕਈ ਸਾਰੇ ਐਸੇ ਚੰਗੇ ਚੰਗੇ ਸਿਆਣੇ ਬੰਦੇ ਜਿਨ੍ਹਾਂ ਕੋਲ ਬਹੁਤ ਗਿਆਨ ਹੈ, ਪਰ ਉਹਨਾਂ ਦੇ ਅੰਦਰ ਕ੍ਰੋਧ ਹੈ, ਉਹ ਆਪਣੇ ਕ੍ਰੋਧ ਕਰਕੇ ਫੇਲ ਹੋ ਗਏ, ਬੋਲ ਬਾਣੀ ਕਰਕੇ ਫੇਲ ਹੋ ਗਏ, ਵਿਹਾਰ ਕਰਕੇ ਫੇਲ ਹੋ ਗਏ। ਇਸ ਲਈ ਜੀਵਨ ਦੇ ਅੰਦਰ ਲਾਭ ਉਹਨਾਂ ਨੂੰ ਮਿਲਦਾ ਹੈ ਜੋ ਗੁਰੂ ਦੱਸੇ ਰਾਹਾਂ ਤੇ ਤੁਰਦੇ ਨੇ। ਉਹਨਾਂ ਨੂੰ ਲਾਭ ਕੀ ਮਿਲਦਾ ਹੈ? ਤਿੰਨ ਜਮਕਾਲ ਨਾ ਵਿਆਪਈ। ਜਮਕਾਲ ਦਾ ਮਤਲਬ ਮੌਤ ਨਹੀਂ ਵਿਆਪਦੀ, ਜਿਨ ਸੱਚ ਅੰਮ੍ਰਿਤ ਪੀਵੇ, ਜਿਨ੍ਹਾਂ ਨੇ ਅੰਮ੍ਰਿਤ ਪੀ ਲਿਆ। ਹੁਣ ਅੰਮ੍ਰਿਤ ਦਾ ਮਤਲਬ ਹੈ ਜੋ ਸदैवी ਜ਼ਿੰਦਗੀ ਜੀਣ ਵਾਲਾ ਨਾਮ ਜਲੇ, ਰੱਬੀ ਗੁਣ ਨੇ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਵਰਤਿਆ। ਪੀਵਿਆ ਦਾ ਮਤਲਬ ਵਰਤਿਆ। ਜਮਕਾਲ ਦਾ ਮਤਲਬ ਮੌਤ। ਹੁਣ ਇਹਦਾ ਮਤਲਬ ਇਹ ਨਹੀਂ ਕਿ ਜੋ ਰੱਬੀ ਗੁਣਾਂ ਨੂੰ ਵਰਤਣਗੇ ਉਹਨਾਂ ਨੂੰ ਮੌਤ ਨਹੀਂ ਆਏਗੀ। ਸਰੀਰਕ ਤੌਰ ਤੇ ਹਰ ਬੰਦੇ ਨੇ ਮਰ ਜਾਣਾ ਹੈ, ਚੰਗੇ ਨੇ ਵੀ, ਮਾੜੇ ਨੇ ਵੀ, ਪਾਪੀ ਨੇ ਵੀ, ਪੁੰਨੀ ਨੇ ਵੀ, ਅੰਮ੍ਰਿਤਧਾਰੀ ਨੇ ਵੀ, ਗੈਰ ਅੰਮ੍ਰਿਤਧਾਰੀ ਨੇ ਵੀ, ਸਾਧ ਨੇ ਵੀ, ਡਕੈਤ ਨੇ ਵੀ, ਹਰ ਇੱਕ ਨੇ ਮਰ ਜਾਣਾ ਹੈ। ਲੇਕਿਨ ਇੱਥੇ ਜਮਕਾਲ ਮੌਤ ਕਿਹੜੀ ਹੈ? ਆਤਮਿਕ ਮੌਤ। ਉਹਨਾਂ ਦੀ ਜ਼ਮੀਰ ਨਹੀਂ ਮਰਦੀ। ਅਸਲੀ ਮੌਤ ਹੈ ਜ਼ਮੀਰ ਦਾ ਮਰ ਜਾਣਾ, ਇਨਸਾਨੀਅਤ ਦਾ ਮਰ ਜਾਣਾ। ਜਦੋਂ ਬੰਦੇ ਦੇ ਅੰਦਰੋਂ ਇਨਸਾਨੀਅਤ ਮਰ ਜਾਏ, ਸਮਝ ਲਓ ਬੰਦਾ ਮਰ ਗਿਆ, ਉਹ ਜਿਉਂਦੀ ਚਲਦੀ ਫਿਰਦੀ ਇੱਕ ਲਾਸ਼ ਰਹਿ ਜਾਂਦੀ। ਤੇ ਆਤਮਿਕ ਮੌਤ ਕਿਹਨੂੰ ਕਹਿੰਦੇ ਨੇ? ਜਿਹੜਾ ਬੰਦਾ ਅੰਦਰੋਂ ਹੋਰ ਹੈ, ਬਾਹਰੋਂ ਹੋਰ ਹੈ। ਜਿਵੇਂ ਹੁਣ ਮੈਂ ਤੁਹਾਡੇ ਨਾਲ ਇਹ ਗੱਲਾਂ ਕਰ ਰਿਹਾ ਗੁਰਬਾਣੀ ਦੀਆਂ, ਤੇ ਜੇ ਮੈਂ ਆਪ ਇਹਨਾਂ ਤੇ ਅਮਲ ਨਹੀਂ ਕਰਦਾ ਤਾਂ ਇਹਦਾ ਮਤਲਬ ਮੈਂ ਆਤਮਿਕ ਮੌਤ ਤੇ ਮਰਿਆ ਹੋਇਆ ਹਾਂ, ਇੱਕ ਚਲਦੀ ਫਿਰਦੀ ਲਾਸ਼ ਹਾਂ। ਕਿਉਂਕਿ ਮੇਰੇ ਅੰਦਰ ਹੋਰ ਹੈ, ਬਾਹਰ ਹੋਰ ਹੈ। ਜ਼ਬਾਨ ਤੇ ਗਿਆਨ ਦੀਆਂ ਗੱਲਾਂ ਨੇ, ਪਰ ਮੈਂ ਅਮਲ ਨਹੀਂ ਕਰਦਾ, ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਨਹੀਂ ਕੀਤਾ। ਜਿਹੜਾ ਬੰਦਾ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ, ਕਥਨੀ ਔਰ ਕਰਨੀ ਦਾ ਪੂਰਾ ਨਹੀਂ, ਸਮਝ ਲਓ ਆਤਮਿਕ ਮੌਤ ਤੇ ਮਰਿਆ ਹੋਇਆ ਹੈ। ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਸੱਚ ਅੰਮ੍ਰਿਤ ਪੀ ਲਿਆ, ਯਾਨੀ ਸੱਚ ਨੂੰ ਅਪਣਾ ਲਿਆ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਜਿਨ੍ਹਾਂ ਦੀ ਮੈਂਟੈਲਿਟੀ ਵਿੱਚ ਵੀ ਸੱਚ ਹੈ, ਜਿਨ੍ਹਾਂ ਦੇ ਬੋਲਾਂ ਵਿੱਚ ਵੀ ਸੱਚ ਹੈ, ਜਿਨ੍ਹਾਂ ਦੇ ਬਿਹੇਵੀਅਰ ਵਿੱਚ ਵੀ ਸੱਚ ਹੈ, ਉਹਨਾਂ ਨੂੰ ਆਤਮਿਕ ਮੌਤ ਨਹੀਂ ਹੁੰਦੀ। ਇਹਨੂੰ ਕਹਿੰਦੇ ਨੇ ਸੱਚ ਅੰਮ੍ਰਿਤ ਪੀਵੇ, ਜਿਨ੍ਹਾਂ ਨੇ ਸੱਚ ਸਰੂਪ ਆਤਮਿਕ ਜੀਵਨ ਦੇਣ ਵਾਲੇ ਜਲ ਨੂੰ ਪੀ ਲਿਆ, ਯਾਨੀ ਮਾਣ ਲਿਆ। ਉਹਨਾਂ ਨੂੰ ਫਿਰ ਹੋਰ ਲਾਭ ਕੀ ਹੁੰਦਾ ਹੈ? ਕੋਈ ਆਪ ਛੁੱਟੇ ਪਰਿਵਾਰ ਸੇ, ਉਹ ਆਪ ਛੁੱਟ ਜਾਂਦੇ ਨੇ ਪਰਿਵਾਰ ਸਮੇਤ। ਛੁੱਟ ਜਾਂਦੇ ਨੇ ਕਾਹਦੇ ਤੋਂ? ਵਿਕਾਰਾਂ ਤੋਂ। ਖੁਲਾਸੀ ਹੋ ਜਾਂਦੀ ਹੈ। ਉਹਨਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ ਵਿਆਪਦੇ ਨਹੀਂ ਹੈ। ਤੇ ਪਰਿਵਾਰ ਕਿਹੜਾ ਹੈ ਮੇਰਾ? ਸਭ ਤੋਂ ਪਹਿਲਾ ਪਰਿਵਾਰ ਮੇਰਾ ਹੈ ਮੇਰੀਆਂ ਅੱਖਾਂ, ਮੇਰੇ ਕੰਨ, ਮੇਰੇ ਹੱਥ, ਮੇਰੀ ਜ਼ਬਾਨ, ਗਿਆਨ ਇੰਦਰੀ ਜਿਹੜੇ ਨੇ। ਹੁਣ ਕੰਨ, ਅੱਖ, ਨੱਕ ਜਿਹੜੇ ਨੇ ਨਾ, ਜ਼ਬਾਨ ਆਦਿਕ ਹੈ, ਇਹ ਰੁੱਝੇ ਹੋਏ ਨੇ ਨਾ ਵਿਕਾਰਾਂ ਵਿੱਚ। ਜ਼ਬਾਨ ਛੁੱਟੀ ਨਹੀਂ ਵਿਕਾਰਾਂ ਤੋਂ। ਝੂਠ, ਨਿੰਦਾ, ਫਰੇਬ ਮੈਂ ਬੋਲਣਾ, ਕੰਨਾਂ ਨਾਲ ਮੈਂ ਝੂਠ ਸੁਣਦਾ, ਨੈਗੇਟਿਵ ਬੋਲ ਸੁਣਦਾ, ਕਿਸੇ ਦੀ ਬਦਖੋਈ ਸੁਣਦਾ। ਅੱਖਾਂ ਨਾਲ ਮੈਂ ਪਰਾਈ ਧੀ ਭੈਣ ਨੂੰ ਮਾੜੀ ਨਜ਼ਰ ਨਾਲ ਵੇਖਣਾ, ਹੱਥਾਂ ਨਾਲ ਮੈਂ ਮਾੜੇ ਕਰਮ ਕਰਨਾ, ਪੈਰਾਂ ਨਾਲ ਮੈਂ ਮਾੜੇ ਪਾਸੇ ਤੁਰ ਕੇ ਜਾਣਾ। ਇਹਦਾ ਮਤਲਬ ਮੇਰੇ ਗਿਆਨ ਇੰਦਰੀ ਵਿਕਾਰਾਂ ਵਿੱਚ ਜਕੜੇ ਹੋਏ ਨੇ। ਤੇ ਜੇ ਅੱਖਾਂ ਨਾਲ ਮੈਂ ਹਰ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਣਾ, ਜ਼ਬਾਨ ਨਾਲ ਸੱਚ ਬੋਲਣਾ, ਕੰਨਾਂ ਨਾਲ ਸੱਚ ਸੁਣਦਾ, ਹੱਥਾਂ ਨਾਲ ਕਿਸੇ ਦੀ ਹੈਲਪ ਕਰਦਾ, ਪੈਰਾਂ ਨਾਲ ਚੰਗੇ ਪਾਸੇ ਤੁਰਨਾ, ਤਾਂ ਇਹਦਾ ਮਤਲਬ ਮੇਰਾ ਇਹ ਪਰਿਵਾਰ ਜਿਹੜਾ ਹੈ ਵਿਕਾਰਾਂ ਤੋਂ ਛੁੱਟ ਗਿਆ ਹੈ। ਕੋਈ ਆਪ ਛੁੱਟੇ ਪਰਿਵਾਰ ਸੋਂ, ਉਹ ਆਪਣੀਆਂ ਗਿਆਨ ਇੰਦਰੀਆਂ ਸਮੇਤ ਵਿਕਾਰਾਂ ਤੋਂ ਬਚ ਜਾਂਦੇ ਨੇ। ਪਹਿਲਾ ਪਰਿਵਾਰ ਤੇ ਇਹ ਹੈ। ਅਸੀਂ ਆਪ ਛੁੱਟਣਾ, ਆਪਣੀ ਸੋਚ ਨੂੰ ਪਵਿੱਤਰ ਕਰਨਾ, ਆਪਣੇ ਗਿਆਨ ਇੰਦਰੀਆਂ ਨੂੰ ਵਿਕਾਰਾਂ ਤੋਂ ਬਚਾਉਣਾ। ਫਿਰ ਦੂਜਾ ਪਰਿਵਾਰ ਹੈ ਮੇਰੇ ਧੀਆਂ, ਪੁੱਤਰ, ਭੈਣ, ਭਰਾ। ਉਹਨਾਂ ਨੂੰ ਮੈਂ ਪ੍ਰੇਰਨਾ ਦੇਣੀ ਹੈ, ਜੇ ਉਹ ਮੰਨ ਜਾਣ ਤਾਂ। ਤਿੰਨ ਪਿੱਛੇ ਸਭ ਜਗਤ ਛੁੱਟੀਵੇ। ਉਹਨਾਂ ਦੇ ਪਿੱਛੇ ਜੋ ਚੱਲਦਾ ਹੈ ਨਾ, ਉਹ ਸਾਰਾ ਜਗਤ ਹੀ ਛੁੱਟ ਜਾਂਦਾ। ਜਿਹੜੇ ਵੀ ਇਸ ਤਰ੍ਹਾਂ ਨੂੰ ਅਪਣਾਣਗੇ ਉਹ ਸਾਰੇ ਹੀ ਛੁੱਟ ਜਾਣਗੇ। ਇਹਦਾ ਮਤਲਬ ਕਿ ਪੋਸੀਬਿਲਿਟੀ ਹੈ ਸਾਰਿਆਂ ਦੇ ਅੰਦਰ ਕਿ ਮੈਂ ਜੇ ਚਾਹਾਂ ਤਾਂ ਚੰਗੇ ਗੁਣਾਂ ਨੂੰ ਅਪਣਾ ਸਕਦਾ ਹਾਂ। ਜੇ ਮੇਰੇ ਪਰਿਵਾਰ ਦੇ ਮੈਂਬਰ ਚਾਹਣ ਤਾਂ ਉਹ ਵੀ ਅਪਣਾ ਸਕਦੇ ਨੇ, ਤੇ ਜੇ ਹੋਰ ਇਸ ਦੁਨੀਆ ਵਿੱਚ ਸਾਰੇ ਲੋਕ ਨੇ ਉਹ ਵੀ ਅਪਣਾ ਸਕਦੇ ਨੇ। ਇੰਪੋਸੀਬਲ ਨਹੀਂ ਹੈ, ਪੋਸੀਬਲ ਹੈ।
ਔਰ ਬੜਾ ਸੌਖਾ ਹੈ। ਅਸੀਂ ਰੋਜ਼ ਵਿਚਾਰਾ ਕਰਦੇ ਹਾਂ ਕਿ ਸੱਚ ਬੋਲਣਾ ਸੌਖਾ ਹੈ, ਝੂਠ ਬੋਲਣਾ ਔਖਾ ਹੈ, ਪ੍ਰੇਮ ਦੇ ਨਾਲ ਰਹਿਣਾ ਸੌਖਾ ਹੈ, ਲੜਾਈਆਂ ਦੰਗੇ ਕਰਨੇ ਔਖੇ ਨੇ, ਪਰ ਲੋਕ ਔਖੇ ਹੋ ਕੇ ਦੁੱਖ ਵਿਹਾਜ ਰਹੇ ਨੇ, ਸੌਖੇ ਮਾਰਗ ਤੇ ਨਹੀਂ ਚੱਲਦੇ ਪਏ। ਅੱਗੇ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ, ਕੁਦਰਤ ਕਰਕੇ ਵਸਿਆ ਸੋਏ। ਕਰਕੇ ਦਾ ਮਤਲਬ ਰਚ ਕੇ, ਪੈਦਾ ਕਰਕੇ, ਸੋਏ ਦਾ ਮਤਲਬ ਪ੍ਰਭੂ ਸ੍ਰਿਸ਼ਟੀ ਪੈਦਾ ਕਰਨ ਵਾਲਾ ਆਪ ਇਸ ਸ੍ਰਿਸ਼ਟੀ ਦੇ ਵਿੱਚ ਵਸ ਰਿਹਾ ਹੈ, ਸ੍ਰਿਸ਼ਟੀ ਤੋਂ ਬਾਹਰ ਨਹੀਂ ਹੈ, ਆਪ ਕੁਦਰਤ ਦੇ ਵਿੱਚ ਹੀ ਹੈ। ਕੁਦਰਤ ਕਰਕੇ ਵਸਿਆ ਸੋਏ। ਹੁਣ ਕੁਦਰਤ ਦੇ ਅੰਦਰ ਵਸ ਰਿਹਾ ਹੈ। ਕਾਸ਼ ਕਿ ਧਰਮੀ ਲੋਕ ਇਸ ਚੀਜ਼ ਨੂੰ ਸਮਝ ਜਾਣ ਤਾਂ ਜ਼ਿੰਦਗੀ ਬਦਲ ਜਾਏ। ਆਮ ਕਰਕੇ ਧਰਮ ਦੀ ਦੁਨੀਆ ਵਿੱਚ ਇਹ ਖਿਆਲ ਦਿੱਤਾ ਗਿਆ ਕਿ ਰੱਬ ਜੰਨਤ ਵਿੱਚ ਰਹਿੰਦਾ ਹੈ। ਆਮ ਖਿਆਲ ਦਿੱਤਾ ਗਿਆ ਕਿ ਰੱਬ ਉੱਤੇ ਸਵਰਗ ਵਿੱਚ ਰਹਿੰਦਾ ਹੈ। ਕਿਸੇ ਨੇ ਕਿਹਾ ਬੈਕੁੰਠ ਧਾਮ ਵਿੱਚ ਰਹਿੰਦਾ ਹੈ, ਤੇ ਸਾਡੇ ਸਿੱਖ ਵੀਰ ਵੀ ਕਹਿਣ ਲੱਗੇ ਕਿ ਉੱਤੇ ਸੱਚਖੰਡ ਹੈ, ਰੱਬ ਸੱਚਖੰਡ ਵਿੱਚ ਰਹਿੰਦਾ ਹੈ। ਪਰ ਇਹ ਠੀਕ ਨਹੀਂ ਹੈ। ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦੇ ਅੰਦਰ ਵਸ ਰਿਹਾ ਹੈ, ਜਰਰੇ ਜਰਰੇ ਵਿੱਚ ਸਮਾਇਆ ਹੋਇਆ ਹੈ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਕਾਸ਼ ਅਸੀਂ ਕੁਦਰਤ ਦੇ ਵਿੱਚ ਰੱਬ ਨੂੰ ਵੇਖਣ ਲੱਗ ਜਾਈਏ, ਅਸੀਂ ਇਨਸਾਨਾਂ ਵਿੱਚ ਰੱਬ ਨੂੰ ਵੇਖਣ ਲੱਗ ਜਾਈਏ, ਸਾਡਾ ਇਨਸਾਨਾਂ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਬਣ ਜਾਏ। ਵਕਤ ਵਿਚਾਰੇ ਸੋ ਬੰਦਾ ਹੋਏ। ਵਕਤ ਦਾ ਮਤਲਬ ਵਕਤ, ਜੀਵਨ, ਜੋ ਵਕਤ ਸਾਨੂੰ ਮਿਲਿਆ ਹੈ। ਪਹਿਲਾ ਅਸੀਂ ਸਵਾਸ ਲਿਆ, ਔਰ ਜਿਸ ਦਿਨ ਅਖੀਰਲਾ ਸਵਾਸ ਲਵਾਂਗੇ, ਇਹ ਜਿੰਨਾ ਵੀ ਸਾਨੂੰ ਸਮਾਂ ਮਿਲਿਆ ਹੈ, ਜਿਸ ਦਿਨ ਸਾਡਾ ਜਨਮ ਹੋਇਆ ਔਰ ਜਿਸ ਦਿਨ ਸਰੀਰਕ ਮੌਤ ਹੋਵੇਗੀ, ਇਹ ਵਕਤ ਜੋ ਸਾਨੂੰ ਮਿਲਿਆ ਹੈ, ਜੋ ਮਨੁੱਖਾ ਜਨਮ ਦੇ ਸਮੇਂ ਨੂੰ ਵਿਚਾਰਦਾ ਹੈ, ਸੋਚਦਾ ਹੈ ਕਿ ਮੇਰੇ ਜੀਵਨ ਦਾ ਮਕਸਦ ਕੀ ਹੈ, ਮੈਨੂੰ ਇਹ ਜੀਵਨ ਕਾਹਦੇ ਲਈ ਮਿਲਿਆ ਹੈ, ਮੈਂ ਇਹ ਜੀਵਨ ਕਿਉਂ ਜੀ ਰਿਹਾ ਹਾਂ, ਮੇਰੇ ਜੀਵਨ ਦਾ ਲਾਭ ਕੀ ਹੋ ਰਿਹਾ ਹੈ, ਨੁਕਸਾਨ ਕੀ ਹੋ ਰਿਹਾ ਹੈ, ਕੀ ਦੇਣ ਹੈ ਮੇਰੀ, ਮੇਰੇ ਜੀਵਨ ਦਾ ਗੋਲ ਕੀ, ਕਿਉਂ ਜੀ ਰਿਹਾ ਹਾਂ ਮੈਂ, ਮੇਰੇ ਅੰਦਰ ਗੁਣ ਕਿਹੜੇ ਨੇ, ਮੇਰੇ ਅੰਦਰ ਔਗਣ ਕਿਹੜੇ ਨੇ, ਕੀ ਮੈਨੂੰ ਤਿਆਗਣ ਦੀ ਲੋੜ ਹੈ, ਕੀ ਮੈਨੂੰ ਗ੍ਰਹਿਣ ਕਰਨ ਦੀ ਲੋੜ ਹੈ, ਮੇਰੀ ਬੋਲ ਬਾਣੀ ਕੈਸੀ ਹੈ। ਜਿਵੇਂ ਪਾਵਨ ਬਾਣੀ ਚ ਬਚਨ ਆਇਆ ਨਾ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ। ਹਰ ਰੋਜ਼ ਖੋਜਣਾ ਸੀ ਨਾ। ਤਾਂ ਜਿਹੜਾ ਇਸ ਚੀਜ਼ ਨੂੰ ਵਿਚਾਰਦਾ ਹੈ ਮਨੁੱਖਾ ਜਨਮ ਦੇ ਸਮੇਂ ਨੂੰ, ਕਿ ਮੇਰਾ ਇਹ ਜੀਵਨ ਕਾਹਦੇ ਲਈ ਹੈ, ਇਸ ਜੀਵਨ ਦਾ ਮੈਨੂੰ, ਮੇਰੇ ਪਰਿਵਾਰ ਨੂੰ ਔਰ ਇਸ ਸਮਾਜ ਨੂੰ ਕੀ ਲਾਭ ਹੋ ਰਿਹਾ ਹੈ, ਮੇਰੀ ਇਸ ਸਮਾਜ ਨੂੰ ਦੇਣ ਕੀ ਹੈ, ਮੇਰਾ ਨਜ਼ਰੀਆ ਕੈਸਾ ਹੈ, ਮੇਰੇ ਬੋਲ ਕੈਸੇ ਨੇ, ਮੇਰੇ ਵਿੱਚ ਕਿਹੜੇ ਗੁਣ ਨੇ, ਕਿਹੜੇ ਔਗਣ ਨੇ, ਗੁਰੂ ਜੀ ਕਹਿੰਦੇ ਨੇ ਉਹਨੂੰ ਬੰਦਾ ਕਹਿ ਸਕਦੇ ਹਾਂ, ਜਿਹੜਾ ਇਸ ਚੀਜ਼ ਨੂੰ ਸਮਝਦਾ ਹੈ, ਜੋ ਆਪਣੇ ਜੀਵਨ ਦੇ ਗੋਲ ਨੂੰ ਸਚਿਆਰ ਬਣਾਉਂਦਾ ਹੈ ਕਿ ਮੇਰਾ ਜੀਵਨ ਸਚਿਆਰ ਹੋਣ ਵਾਸਤੇ ਹੈ, ਉਹਨੂੰ ਬੰਦਾ ਕਹਿ ਸਕਦੇ ਹਾਂ। ਕੁਦਰਤ ਹੈ, ਕੀਮਤ ਨਹੀਂ ਪਾਏ। ਗੁਰੂ ਜੀ ਕਹਿੰਦੇ ਨੇ ਪ੍ਰਭੂ ਆਪਣੀ ਕੁਦਰਤ ਵਿੱਚ ਵਿਆਪਕ ਹੈ, ਕੀਮਤ ਨਹੀਂ ਪਾਏ, ਪਰ ਉਹਦਾ ਮੁੱਲ ਨਹੀਂ ਪੈਂਦਾ। ਬੰਦੇ ਨੇ ਉਹਦੀ ਸਾਰ ਨੂੰ ਜਾਣਿਆ ਨਹੀਂ, ਹੈ ਕੁਦਰਤ ਦੇ ਵਿੱਚ, ਪਰ ਅਸੀਂ ਉਹਦੀ ਕੀਮਤ ਨਹੀਂ ਪਾਈ। ਹੈ ਉਹ ਇਨਸਾਨਾਂ ਦੇ ਵਿੱਚ, ਪਰ ਅਸੀਂ ਕੀਮਤ ਨਹੀਂ ਨਾ ਪਾਈ। ਕਾਸ਼ ਅਸੀਂ ਇਸ ਸਾਰ ਨੂੰ ਜਾਣਦੇ ਕਿ ਬੰਦੇ ਵਿੱਚ ਰੱਬ ਹੈ, ਸਾਨੂੰ ਸਾਰ ਹੁੰਦੀ, ਇਸ ਚੀਜ਼ ਦੀ ਕਦਰ ਹੁੰਦੀ, ਤਾਂ ਬੰਦੇ ਦੀ ਰੱਬ ਵਰਗੀ ਕਦਰ ਹੋਣੀ ਸੀ। ਮਾਂ-ਬਾਪ, ਧੀਆਂ ਪੁੱਤਰ, ਭੈਣ ਭਰਾ ਇੱਕ ਦੂਜੇ ਵਿੱਚ ਰੱਬ ਨੂੰ ਵੇਖਦੇ, ਰੱਬ ਜਿੰਨੀ ਕਦਰ ਕਰਦੇ, ਤਾਂ ਕੈਸਾ ਮਾਹੌਲ ਹੋਣਾ ਸੀ। ਤਾਂ ਕੁਦਰਤ ਦੇ ਵਿੱਚ ਹੈ, ਉਹਦਾ ਮੁੱਲ ਨਹੀਂ ਪੈ ਸਕਦਾ, ਉਹਦਾ ਅੰਤ ਨਹੀਂ ਜਾਣਿਆ ਜਾ ਸਕਦਾ। ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਜਾਂ ਕੀਮਤ ਪਾਏ ਦਾ ਮਤਲਬ ਜੇ ਕੋਈ ਕੀਮਤ ਪਾਉਣ ਦਾ ਯਤਨ ਕਰੇ, ਮੁੱਲ ਪਾਉਣ ਦਾ ਯਤਨ ਕਰੇ, ਉਹਦਾ ਅੰਤ ਜਾਣਨ ਦਾ ਯਤਨ ਕਰੇ, ਤਾਂ ਕਹੀ ਨਾ ਜਾਏ, ਤਾਂ ਉਹਦਾ ਮੁੱਲ ਦੱਸਿਆ ਨਹੀਂ ਜਾ ਸਕੇਗਾ, ਕੀਮਤ ਦੱਸੀ ਨਹੀਂ ਜਾ ਸਕੇਗੀ, ਕਿਉਂਕਿ ਮੁੱਲ ਪੈਣਾ ਹੀ ਨਹੀਂ। ਜੇ ਕੋਈ ਅੰਤ ਆਦ ਪਾਣਾ ਚਾਹੇ ਕਿ ਇਹ ਸ੍ਰਿਸ਼ਟੀ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਜਾ ਕੇ ਖਤਮ ਹੋ ਜਾਂਦੀ ਹੈ, ਯੂਨੀਵਰਸ ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਜਾ ਕੇ ਖਤਮ ਹੋ ਜਾਂਦਾ ਹੈ, ਤਾਂ ਇਹਦਾ ਤੇ ਅੰਤ ਨਹੀਂ ਨਾ ਪੈ ਸਕਦਾ। ਇਸ ਦੁਨੀਆ ਵਿੱਚ ਕਿੰਨੇ ਤਾਰੇ, ਗ੍ਰਹਿ, ਨਕਸ਼ਤਰ ਆਦਿਕ ਨੇ, ਜੇ ਕੋਈ ਗਿਣਨਾ ਚਾਹੇ ਤਾਂ ਗਿਣ ਨਹੀਂ ਨਾ ਸਕੇਗਾ। ਤਾਂ ਜੇ ਉਹਦੀ ਕੀਮਤ ਪਾਣਾ ਚਾਹੇ, ਮੀਨਸ ਕਿ ਅੰਤ ਜਾਣਨਾ ਚਾਹੇ, ਕਹਿਣਾ ਚਾਹੇ ਅੰਤ, ਤਾਂ ਕਹਿ ਨਹੀਂ ਸਕੇਗਾ। ਆਮ ਬੰਦੇ ਕੀ ਕਰਦੇ ਨੇ, ਸ਼ਰੈ ਸ਼ਰੀਅਤ ਕਰਹਿ ਵਿਚਾਰ, ਇਹਨੂੰ ਸਰੈ
ਔਰ ਸ਼ਰੀਅਤ ਨਹੀਂ ਪੜਨਾ। ਦੋਹਾਂ ਸੱਸਿਆਂ ਦੇ ਪੈਰ ਥੱਲੇ ਬਿੰਦੀ ਲਾ ਕੇ ਪੜਨਾ ਹੈ ਸ਼ਰੈ, ਥੋੜਾ ਹਾਹੇ ਦੀ ਆਵਾਜ਼ ਵੀ ਆਵੇਗੀ, ਸ਼ਰੀਅਤ। ਇਹਦਾ ਮਤਲਬ ਸ਼ਰਾ। ਜੋ ਮਨੁੱਖ ਨਿਰੀ ਸ਼ਰਾ ਆਦਿਕ ਦੀ ਹੀ ਵਿਚਾਰ ਕਰਦੇ ਨੇ। ਸ਼ਰਾ ਕਿਵੇਂ? ਜਿਵੇਂ ਮੁਸਲਮਾਨ ਵੀਰਾਂ ਦੀ ਮਰਿਆਦਾ ਹੈ, ਉਹਨਾਂ ਨੇ ਸ਼ਰਾ ਬਣਾਈ ਹੋਈ ਹੈ ਆਪਣੀ ਮਰਿਆਦਾ। ਸ਼ਰੀਅਤ ਯਾਨੀ ਸ਼ਰਾ ਦੇ ਮਸਲੇ ਜਿਹੜੇ ਨੇ, ਜੋ ਮਨੁੱਖ ਨਿਰੀ ਸ਼ਰਾ ਆਦਿਕ ਬਾਹਰਲੀਆਂ ਧਾਰਮਿਕ ਰਸਮਾਂ ਦੀ ਵਿਚਾਰ ਕਰਦੇ ਨੇ, ਬਿਨ ਬੂਝੇ ਕੈਸੇ ਪਾਵੇਂ ਪਾਰ, ਉਹ ਜੀਵਨ ਦੇ ਸਹੀ ਮਨੋਰਥ ਨੂੰ ਸਮਝਣ ਤੋਂ ਬਿਨਾਂ ਵਿਕਾਰਾਂ ਤੋਂ ਪਾਰਲਾ ਕੰਡਾ ਕਿਵੇਂ ਲੱਭ ਲੈਣਗੇ? ਕਿਸੇ ਮੁਸਲਮਾਨ ਦੇ ਨਾਲ ਵਿਚਾਰ ਹੋ ਗਈ ਕਿ ਜੇ ਨਿਰੀਆਂ ਸ਼ਰਾਂ ਦੀਆਂ ਜਿਹੜੀਆਂ ਬਾਹਰੀ ਮਰਿਆਦਾਵਾਂ ਨੇ, ਕਰਮ ਕਾਂਡ ਨੇ, ਜੇ ਉਹਨਾਂ ਦੀ ਵਿਚਾਰ ਹੀ ਕਰਦੇ ਰਹੀਏ ਔਰ ਜੀਵਨ ਦੀ ਵਿਚਾਰ ਨਾ ਕਰੀਏ, ਗੁਣਾਂ ਦੀ ਵਿਚਾਰ ਨਾ ਕਰੀਏ, ਤਾਂ ਆਤਮਿਕ ਜੀਵਨ ਦੀ ਸੂਝ ਨਹੀਂ ਨਾ ਪਵੇਗੀ। ਹੁਣ ਇਹ ਚੀਜ਼ ਸਾਡੇ ਤੇ ਵੀ ਲਾਗੂ ਹੁੰਦੀ ਹੈ, ਹਿੰਦੂਆਂ ਤੇ ਵੀ ਲਾਗੂ ਹੁੰਦੀ ਹੈ, ਈਸਾਈਆਂ ਤੇ ਵੀ ਲਾਗੂ ਹੁੰਦੀ ਹੈ ਕਿ ਬਾਹਰਲੀ ਜਿਹੜੀ ਰਹਿਣੀ ਬਹਿਣੀ ਹੈ, ਕੱਪੜੇ ਕਿਵੇਂ ਦੇ ਪਾਣੇ ਨੇ, ਕਿਹੜੇ ਰੰਗ ਦੇ ਪਾਣੇ ਨੇ, ਜੇ ਇਹਨਾਂ ਵਿੱਚ ਹੀ ਉਲਝੇ ਰਵਾਂਗੇ ਤਾਂ ਫਿਰ ਤਾਂ ਜੀਵਨ ਉੱਚਾ ਨਹੀਂ ਨਾ ਉੱਠੇਗਾ। ਜੀਵਨ ਉੱਚਾ ਉੱਠਣ ਲਈ ਤਾਂ ਸੱਚਾਈ ਚਾਹੀਦੀ ਹੈ, ਦਇਆ ਚਾਹੀਦੀ ਹੈ, ਪ੍ਰੇਮ ਚਾਹੀਦਾ ਹੈ, ਇਨਸਾਨੀਅਤ ਚਾਹੀਦੀ ਹੈ, ਨਿਰਭੈਤਾ ਨਿਰਵੈਰਤਾ ਚਾਹੀਦੀ ਹੈ, ਤਾਂ ਉਹ ਕਿਵੇਂ ਵਿਕਾਰਾਂ ਤੋਂ ਛੁੱਟ ਜਾਏਗਾ? ਇਸ ਲਈ ਕਹਿੰਦੇ ਨੇ ਸਿਦਕ ਕਰ ਸਿਜਦਾ, ਮਨ ਕਰ ਮਕਸੂਦ। ਸਿਜਦਾ ਦਾ ਮਤਲਬ ਜਿਵੇਂ ਮੁਸਲਮਾਨ ਵੀਰ ਮੱਥਾ ਨਹੀਂ ਟੇਕਦੇ, ਮੱਥਾ ਟੇਕਣ ਨੂੰ ਸਿਜਦਾ ਕਹਿੰਦੇ ਨੇ, ਝੁਕਣਾ, ਰੱਬ ਅੱਗੇ ਨਿਉਣਾ। ਤੇ ਮਕਸੂਦ ਦਾ ਮਤਲਬ ਹੈ ਨਿਸ਼ਾਨਾ, ਪ੍ਰਯੋਜਨ, ਗੋਲ। ਸਿਦਕ ਕਰ ਸਿਜਦਾ, ਰੱਬ ਦੇ ਉੱਤੇ ਭਰੋਸਾ, ਇਹ ਹੈ ਸਿਰ ਨਿਵਾਣਾ। ਸਿਜਦੇ ਦਾ ਮਤਲਬ ਰੱਬ ਤੇ ਭਰੋਸਾ ਕਰ। ਜੇ ਤੇਰਾ ਭਰੋਸਾ ਨਹੀਂ ਤਾਂ ਸਿਜਦਾ ਕੀਤਾ ਤੇ ਬੇਕਾਰ ਹੋ ਜਾਏਗਾ, ਮੱਥਾ ਟੇਕਣਾ ਬੇਕਾਰ ਹੋ ਜਾਏਗਾ ਨਾ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਸ਼ੀਸ਼ ਨਿਵਾਏ ਕਿਆ ਥੀਏ, ਜਾਂ ਹਿਰਦੇ ਕਸੁੱਧੇ ਜਾਹੇ। ਇਹ ਕੋਈ ਮੁਸਲਮਾਨਾਂ ਤੇ ਵੀ ਲਾਗੂ ਹੁੰਦਾ ਹੈ, ਤੇ ਸਿੱਖਾਂ ਤੇ ਵੀ ਉਨਾ ਹੀ ਲਾਗੂ ਹੁੰਦਾ ਹੈ, ਤੇ ਹਿੰਦੂਆਂ ਤੇ ਵੀ ਉਨਾ ਹੀ ਲਾਗੂ ਹੁੰਦਾ ਹੈ। ਹੁਣ ਅਸੀਂ ਮੱਥਾ ਟੇਕਦੇ ਹਾਂ, ਪਰ ਜੇ ਸਾਡਾ ਵਿਸ਼ਵਾਸ ਨਹੀਂ, ਗੁਰਬਾਣੀ ਮੁਤਾਬਕ ਜ਼ਿੰਦਗੀ ਨਹੀਂ, ਤਾਂ ਮੱਥਾ ਟੇਕਣਾ ਤਾਂ ਬੇਕਾਰ ਹੋ ਜਾਏਗਾ ਨਾ। ਸ਼ੀਸ਼ ਨਿਵਾਏ ਕਿਆ ਥੀਏ, ਜਾਂ ਹਿਰਦੇ ਕਸੁੱਧੇ ਜਾਹੇ। ਜਦੋਂ ਗੱਲ ਮੰਨ ਹੀ ਨਹੀਂ ਰਹੇ ਤੇ ਸ਼ੀਸ਼ ਨਿਵਾਉਣ ਦਾ ਕੀ ਫਾਇਦਾ ਹੋਏਗਾ? ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਹੇ, ਸੀਸ ਨਿਵਾਏ ਕਿਆ ਥੀਏ, ਜਾਂ ਹਿਰਦੇ ਕਸੁੱਧੇ ਜਾਹੇ। ਤਾਂ ਵਿਸ਼ਵਾਸ ਹੋਵੇ ਸੱਚ ਦੇ ਉੱਤੇ, ਰੱਬ ਦੇ ਉੱਤੇ, ਰੱਬੀ ਗੁਣਾਂ ਦੇ ਉੱਤੇ, ਇਹ ਤੇਰਾ ਸਿਜਦਾ ਹੈ। ਮਨ ਕਰ ਮਕਸੂਦ, ਤਾਂ ਆਪਣੇ ਮਨ ਨੂੰ ਰੱਬ ਦੇ ਅੰਦਰ ਜੋੜਨਾ, ਇਹ ਨਿਸ਼ਾਨਾ ਬਣਾ, ਤੇਰਾ ਗੋਲ ਹੋਵੇ ਕਿ ਮੈਂ ਆਪਣੀ ਮੈਂਟੈਲਿਟੀ ਦੇ ਅੰਦਰ ਸੱਚ ਨੂੰ ਵਸਾਣਾ ਹੈ, ਮੈਂ ਆਪਣੀ ਮਾਨਸਿਕਤਾ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਣਾ ਹੈ। ਇਹ ਤੇਰਾ ਗੋਲ ਹੋਵੇ, ਸਚਿਆਰ ਜਿਹੜਾ ਬਣਨਾ ਹੈ। ਜੇ ਤਿਰ ਦੇਖਾਂ, ਜੇ ਤਿਰ ਦੇਖਾ ਤੇ ਤਿਰ ਮੌਜੂਦ। ਜੇਕਰ ਇਹ ਗੁਣਾਂ ਦੇ ਧਾਰਨੀ ਹੋ ਜਾਵੇ ਨਾ, ਫਿਰ ਜਿਸ ਪਾਸੇ ਵੇਖੀਏ ਉਧਰ ਸੱਚਾ ਰੱਬ ਦਿਸਦਾ ਹੈ। ਫਿਰ ਇਹ ਨਹੀਂ ਕਿ ਉਹ ਪੱਛਮ ਵਿੱਚ ਹੀ ਹੈ ਜਾਂ ਉਹ ਦੱਖਣ ਵਿੱਚ ਹੀ ਹੈ। ਜੇਕਰ ਇਹ ਚੀਜ਼ਾਂ ਧਾਰਨ ਕਰ ਲਵੇਂ, ਫਿਰ ਜਿੱਧਰ ਵੇਖੇਗਾ ਰੱਬ ਹੀ ਰੱਬ ਦਿਸੇਗਾ। ਅੱਗੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਪਾਵਨ ਸ਼ਲੋਕ ਹੈ, ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ। ਗੁਰ ਸਭਾ, ਗੁਰੂ ਦਾ ਸੰਗ, ਸਭਾ ਦਾ ਮਤਲਬ ਸੰਗ, ਏਵ ਨਾ ਪਾਈਐ, ਏਵ ਦਾ ਮਤਲਬ ਨਿਰਾ ਸਰੀਰਕ ਤੌਰ ਤੇ, ਨਾ ਨੇੜੇ ਨਾ ਦੂਰ। ਤੇ ਗੁਰੂ ਦੇ ਨੇੜੇ ਜਾਂ ਗੁਰੂ ਤੋਂ ਦੂਰ ਬੈਠਿਆਂ ਗੁਰੂ ਦਾ ਸੰਗ ਨਹੀਂ ਮਿਲਦਾ। ਸਰੀਰ ਕਰਕੇ ਕੋਈ ਗੁਰੂ ਦੇ ਨੇੜੇ ਬੈਠਾ ਹੈ ਔਰ ਸਰੀਰ ਕਰਕੇ ਕੋਈ ਗੁਰੂ ਤੋਂ ਦੂਰ ਹੋਵੇ, ਤਾਂ ਇਹਦੇ ਨਾਲ ਗੁਰੂ ਦਾ ਸੰਗ ਨਹੀਂ ਮਿਲਦਾ ਕਿ ਕੋਈ ਨੇੜੇ ਬੈਠਾ ਹੈ ਜਾਂ ਦੂਰ ਬੈਠਾ ਹੈ। ਇੱਕ ਬੰਦਾ, ਜੇ ਆਪਾਂ ਗੁਰਦੁਆਰੇ ਸਾਹਿਬ ਜੀ ਦੀ ਗੱਲ ਕਰੀਏ, ਇੱਕ ਬੰਦਾ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਹੈ, ਗੁਰੂ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ। ਦੂਜਾ ਲੰਗਰ ਵਿੱਚ ਸੇਵਾ ਕਰ ਰਿਹਾ ਹੈ, ਥੋੜਾ ਦੂਰ ਹੈ। ਤੀਜਾ ਹੋਰ ਥਾਂ ਤੇ ਹੂਰ ਆਦਿ ਕਰ ਰਿਹਾ ਹੈ, ਤੇ ਚੌਥਾ ਬੰਦਾ ਗੁਰਦੁਆਰਾ ਸਾਹਿਬ ਆਇਆ ਹੀ ਨਹੀਂ, ਉਹ ਕਿਰਤਕਾਰ ਕਰ ਰਿਹਾ ਹੈ। ਤਾਂ ਇਹ ਨਹੀਂ ਕਿ ਅਸੀਂ ਉਹਨੂੰ ਸਿੱਖ ਨਹੀਂ ਕਹਿ ਸਕਦੇ। ਹੁਣ ਇਹਨਾਂ ਸਾਰਿਆਂ ਚੋਂ ਚੰਗਾ ਕੌਣ ਹੈ? ਗੁਰੂ ਦਾ ਸੰਗ ਕੌਣ ਕਰ ਰਿਹਾ ਹੈ? ਕਿ ਜਿਹੜਾ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਹੈ ਉਹ ਮਹਾਨ ਹੈ, ਜਾਂ ਜਿਹੜਾ ਸੰਗਤ ਵਿੱਚ ਬੈਠਾ ਹੈ, ਜਾਂ ਜੋ ਲੰਗਰ ਵਿੱਚ ਸੇਵਾ ਕਰ ਰਿਹਾ ਹੈ, ਜਾਂ ਜੋ ਝਾੜੂ ਆਦਿਕ ਦੇ ਰਿਹਾ ਹੈ ਜੋੜਿਆਂ ਵਿੱਚ, ਜਾਂ ਕਿ ਜਿਹੜਾ ਬਾਹਰ ਕਿਤੇ ਆਪਣੇ ਦੁਕਾਨ ਤੇ ਕਿਰਤਕਾਰ ਕਰ ਰਿਹਾ ਹੈ? ਇਹਨਾਂ ਚੋਂ ਨੇੜੇ ਕੌਣ ਹੈ? ਤਾਂ ਗੁਰੂ ਜੀ ਕਹਿੰਦੇ ਨੇ ਗੁਰ ਸਭਾ ਦਾ ਮਤਲਬ ਗੁਰੂ ਦਾ ਸੰਗ ਸਰੀਰਕ ਤੌਰ ਤੇ ਨੇੜੇ ਜਾਂ ਦੂਰ ਦੇ ਨਾਲ ਨਹੀਂ ਪਾਇਆ ਜਾਂਦਾ, ਵੀ ਕੌਣ ਨੇੜੇ ਹੈ ਕੌਣ ਦੂਰ ਹੈ। ਹੋ ਸਕਦਾ ਹੈ
ਕਿ ਜੋ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਹੈ ਉਹਦੇ ਅੰਦਰ ਈਰਖਾ ਦਵੇਸ਼ ਹੋਵੇ। ਹੋ ਸਕਦਾ ਹੈ ਜੋ ਦੂਰ ਜਿਹੜਾ ਸੇਵਾ ਕਰ ਰਿਹਾ ਹੈ ਉਹਦੇ ਮਨ ਦੇ ਵਿੱਚ ਸੱਚ ਹੋਵੇ। ਤਾਂ ਗੁਰੂ ਜੀ ਕਹਿੰਦੇ ਨੇ ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਜੂਰ ਹਦੂਰ। ਇੱਥੇ ਹਦੂਰ ਦੇ ਰਾਰੇ ਨਾਲ ਸਿਹਾਰੀ ਹੈ ਹਜ਼ੂਰੀ ਵਿੱਚ, ਵੀ ਗੁਰੂ ਦਾ ਸੰਗ ਤਾਂ ਮਿਲਦਾ ਜੇ ਮਨ ਹਾਜ਼ਰੀ ਵਿੱਚ ਰਵੇ, ਮਨ ਹਜ਼ੂਰੀ ਵਿੱਚ ਰਹੇ, ਮਨ ਦੇ ਅੰਦਰ ਗੁਰੂ ਦੀ ਸੋਚ ਹੋਵੇ, ਮਨ ਦੇ ਅੰਦਰ ਗੁਰੂ ਦੇ ਗੁਣ ਹੋਣ, ਮਨ ਦੇ ਅੰਦਰ ਗੁਰੂ ਦੀ ਮੱਤ ਹੋਵੇ, ਮਨ ਦੇ ਅੰਦਰ ਗੁਰੂ ਦੀ ਪ੍ਰੀਤ ਹੋਵੇ, ਉਹਨੂੰ ਗੁਰੂ ਮਿਲਦਾ ਹੈ, ਉਹਨੂੰ ਗੁਰੂ ਦਾ ਸੰਗ ਮਿਲਦਾ ਹੈ। ਨੇੜੇ ਔਰ ਦੂਰ ਸਰੀਰ ਕਰਕੇ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਹੋ। ਮਨ ਤੁਹਾਡਾ ਸੱਚ ਨਾਲ ਜੁੜਿਆ ਹੈ, ਮਨ ਤੁਹਾਡਾ ਗੁਰੂ ਦੀ ਮੱਤ ਨਾਲ ਜੁੜਿਆ ਹੈ, ਮਨ ਬਾਣੀ ਨਾਲ ਜੁੜਿਆ ਹੈ। ਸੋਚ, ਮਨ ਦਾ ਮਤਲਬ ਸੋਚ ਜੇ ਤੁਹਾਡੀ ਸੱਚ ਨਾਲ ਗੁਰੂ ਨਾਲ ਜੁੜੀ ਹੈ ਤਾਂ ਗੁਰੂ ਤੁਹਾਨੂੰ ਮਿਲਿਆ ਹੋਇਆ ਹੈ। ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਜਿੱਥੇ ਵੀ ਜਾਓ ਗੁਰੂ ਦੇ ਸ਼ਬਦ ਰੂਪ ਦੇ ਨਾਲ, ਉਪਦੇਸ਼ ਰੂਪ ਦੇ ਨਾਲ ਹੈ। ਇਸ ਲਈ ਸਰੀਰਕ ਤੌਰ ਤੇ ਨੇੜਤਾ ਔਰ ਦੂਰੀ ਦੀ ਕੋਈ ਮਹਾਨਤਾ ਨਹੀਂ ਹੈ। ਗੁਰੂ ਦਾ ਸੰਗ ਤਾਂ ਮਿਲਦਾ ਹੈ ਜੇ ਮਨ ਗੁਰੂ ਦੀ ਹਜ਼ੂਰੀ ਵਿੱਚ ਹੈ, ਭਾਵ ਜੇ ਮਨ ਗੁਰੂ ਦੀ ਮੱਤ ਨਾਲ ਜੁੜਿਆ ਹੈ। ਸਪਤ ਦੀਪ ਸਪਤ ਸਾਗਰਾਂ, ਨਵਖੰਡ 4 ਵੇਦ 10 ਅਸ਼ਟ ਪੁਰਾਣਾ। ਸਪਤ ਦੀਪ ਦਾ ਮਤਲਬ 7 ਦੀਪ ਜਿਹੜੇ ਨੇ, ਇਹ 7 ਦੀਪ, ਸਪਤ ਸਾਗਰਾਂ, 7 ਜਿਹੜੇ ਨੇ ਸਮੁੰਦਰ। ਦੀਪ ਦਾ ਮਤਲਬ ਹੈਗਾ ਧਰਤੀ ਦਾ ਉਹ ਹਿੱਸਾ ਜਿਸ ਦੇ ਦੋਹੀਂ ਪਾਸੇ ਪਾਣੀ ਹੁੰਦਾ, ਉਹਨੂੰ ਦੀਪ ਕਹਿ ਦਿੰਦੇ ਨੇ। 7 ਸਮੁੰਦਰ, 9 ਖੰਡ, 4 ਵੇਦ, 18 ਪੁਰਾਣ। ਕਿਉਂਕਿ 7 ਦੀਪ ਮੰਨੇ ਨੇ, 7 ਸਮੁੰਦਰ ਮੰਨੇ ਨੇ। ਗੁਰੂ ਜੀ ਉਹਨਾਂ ਦੀ ਗੱਲ ਕਰ ਰਹੇ ਨੇ ਕਿ 7 ਦੀਪ, 7 ਸਾਗਰ ਸਮੁੰਦਰ, 9 ਖੰਡ, 4 ਵੇਦ ਹਿੰਦੂ ਵੀਰਾਂ ਦੇ, 10 ਅਸ਼ਟ ਦਾ ਮਤਲਬ 18 ਜਿਹੜੇ ਪੁਰਾਣ ਨੇ। ਹਰ ਸਭਨਾ ਵਿੱਚ ਤੂੰ ਵਰਤਦਾ, ਹਰ ਸਭਨਾ ਭਾਣਾ। ਇਹ ਮਾਲਕ ਸਾਰਿਆਂ ਦੇ ਵਿੱਚ ਤੂੰ ਵਰਤ ਰਿਹਾ ਹੈ ਤੇ ਸਾਰੇ ਹੀ ਤੈਨੂੰ ਪਿਆਰੇ ਲੱਗਦੇ ਨੇ, ਸਾਰੇ ਤੇਰੇ ਭਾਣੇ ਦੇ ਵਿੱਚ ਨੇ, ਰਜ਼ਾ ਦੇ ਵਿੱਚ ਨੇ। ਸਭ ਤੁਝੇ ਧਿਆਵੇਂ ਜੀ ਜੰਤ ਹਰ ਸਾਰੰਗ ਪਾਣਾ। ਸਾਰੰਗ ਪਾਣਾ ਦਾ ਮਤਲਬ, ਸਾਰੰਗ ਦਾ ਮਤਲਬ ਤਨੁਖ, ਪਾਣਾ ਦਾ ਮਤਲਬ ਹੱਥ। ਯਾਨੀ ਹੇ ਤਨੁਖਧਾਰੀ, ਹੇ ਪ੍ਰਭੂ, ਸਾਰੇ ਜੀ ਜੰਤ ਤੈਨੂੰ ਧਿਆਉਂਦੇ ਨੇ, ਭਾਵ ਤੇਰਾ ਧਿਆਨ ਧਰਦੇ ਨੇ, ਯਾਨੀ ਤੇਰੀ ਰਜ਼ਾ ਦੇ ਵਿੱਚ ਨੇ, ਤੇਰੇ ਹੁਕਮ ਦੇ ਅੰਦਰ ਹੀ ਚੱਲ ਸਕਦੇ ਨੇ। ਜੋ ਗੁਰਮੁਖ ਹਰ ਆਰਾਧੇ ਤਿਨਹੋਂ ਕੁਰਬਾਨਾ। ਹੇ ਮਾਲਕ ਜੀ, ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਤੇਰੀ ਆਰਾਧਨਾ ਕਰਦੇ ਨੇ, ਯਾਨੀ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਨੇ, ਜੋ ਤੇਰੇ ਗੁਣਾਂ ਦੇ ਧਾਰਨੀ ਨੇ, ਉਹਨਾਂ ਤੋਂ ਮੈਂ ਕੁਰਬਾਨ ਵਾਰਨੇ ਸਦਕੇ ਜਾਂਦਾ ਹਾਂ। ਤੂੰ ਆਪੇ ਆਪ ਵਰਤਦਾ, ਕਰ ਚੋਜ ਵਿਡਾਣਾ। ਚੋਜ ਦਾ ਮਤਲਬ ਕੌਤਕ, ਵਿਡਾਣਾ ਦਾ ਮਤਲਬ ਅਸ਼ਚਰਜ। ਕਿ ਹੇ ਪ੍ਰਭੂ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ 4 ਚੁਫੇਰੇ ਤੂੰ ਹੀ ਵਰਤ ਰਿਹਾ ਹੈ, ਤੂੰ ਹੀ ਰਮਿਆ ਹੋਇਆ ਹੈ ਔਰ ਅਸ਼ਚਰਜ ਲੀਲਾ ਕਰ ਰਿਹਾ ਹੈ। ਭਾਵ ਹੈ ਸੰਸਾਰ ਦੇ ਅੰਦਰ ਜਿੰਨੇ ਵੀ ਕੌਤਕ ਕਰ ਰਿਹਾ ਹੈ ਤੂੰ ਹੈ, ਉਹਨਾਂ ਕੌਤਕਾਂ ਦੇ ਅੰਦਰ ਤੂੰ ਹੀ ਸਮਾਇਆ ਹੋਇਆ ਹੈ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ।